ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਟੋਰਾਂਟੋ ਸਮੇਂ ਮੁਤਾਬਕ 9:02 ਹੋ ਚੁੱਕਿਆ ਜੀ ਤੇ ਤੁਹਾਡੇ ਲਈ ਲਾਈਵ ਸ਼ੋਅ ਅਸੀਂ ਜਿਹੜੇ ਟੋਰਾਂਟੋ ਤੋਂ ਸਵੇਰੇ ਮਾਰਨਿੰਗ ਦੇ ਸ਼ੋਅ ਹੁੰਦੇ ਆ 2 ਘੰਟੇ ਦੇ 8 ਤੋਂ ਲੈ ਕੇ 10 ਵਜੇ ਤੱਕ ਲਾਈਵ ਲੈ ਕੇ ਆਉਂਦੇ ਆ ਤੇ ਸ਼ਾਮ ਨੂੰ ਸਾਡੇ ਟੋਰਾਂਟੋ ਤੋਂ ਲਾਈਵ ਸ਼ੋਅ ਹੁੰਦੇ ਆ ਤੇ ਬਾਕੀ ਸਾਡੇ ਕੁਝ ਕੁ ਪ੍ਰੋਗਰਾਮ ਤੁਸੀਂ ਇੰਡੀਆ ਤੋਂ ਦੇਖਦੇ ਹੋ, ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਬਹੁਤ ਮਿਹਰਬਾਨੀ, ਧੰਨਵਾਦ। ਤੇ ਵੀਰਵਾਰ ਦਾ ਦਿਨ ਹੈਗਾ ਜੀ ਤੇ ਵੀਰਵਾਰ ਨੂੰ ਗੱਲਬਾਤ ਕਰ ਦਿੰਦੇ ਆ ਸਾਡੇ ਬੜੇ ਹੀ ਸਤਿਕਾਰਯੋਗ ਜਿਨ੍ਹਾਂ ਨੂੰ ਮੈਂ ਔਰ ਤੁਸੀਂ ਪੜ੍ਹਦੇ ਆ ਉਹਨਾਂ ਦੀਆਂ ਲਿਖਤਾਂ ਤੇ ਉਹ ਲਿਖਤ ਨੂੰ ਪੜ੍ਹ ਕੇ ਬੜਾ ਕੁਛ ਸਿੱਖਣ ਦਾ ਮੌਕਾ ਮਿਲਦਾ ਹਮੇਸ਼ਾ ਹੀ ਕੁਛ ਨਾ ਕੁਛ। ਕੱਲ੍ਹ ਇੱਕ ਮੈਂ ਸ਼ੇਅਰ ਕੀਤੀ ਬਾਈ ਜੀ ਹੁਣਾਂ ਦੀ ਜਿਹੜੀ ਇੱਕ ਰਚਨਾ ਇਹਨਾਂ ਨੇ ਲਿਖੀ ਸੀ, ਕਹਾਣੀ ਲਿਖੀ ਹੋਈ ਸੀਗੀ ਤੇ ਥੱਲੇ ਕਮੈਂਟ ਬੜਾ ਸੋਹਣਾ ਲਿਖਿਆ ਰਾਜ ਗਿੱਲ ਹੁਣਾਂ ਨੇ। ਉਹ ਕਹਿੰਦੇ ਕਾਫੀ ਬਿਜੀ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ ਜਦੋਂ ਇੱਕ ਵਾਰੀ ਕੁਛ ਲਿਖਦੇ ਆ ਨਾ ਬਾਈ ਜੀ ਹੁਣੀ ਤੇ ਇਹ ਹੁੰਦਾ ਜਲਦੀ ਉਸ ਨੂੰ ਪੜ੍ਹ ਹੀ ਲਈਏ, ਜਿਹੜਾ ਅਗਲਾ ਕੰਮ ਕਰਨਾ ਉਹ ਬਾਅਦ 'ਚ ਕਰ ਲਾਂਗੇ, ਕਿਉਂਕਿ ਉਹ ਚੀਜ਼ਾਂ ਹਮੇਸ਼ਾ ਪੜ੍ਹਦੇ ਰਹਿਣਾ ਚਾਹੀਦਾ ਹੈ, ਸੁਣਦੇ ਰਹਿਣਾ ਚਾਹੀਦਾ, ਜਿਹਦੇ ਦੇ ਨਾਲ ਆਪਾਂ ਨੂੰ ਨਾ ਕੁਛ ਜ਼ਿੰਦਗੀ ਦੇ ਵਿੱਚ ਅਗਾਂਹ ਵਧੂ ਕੋਈ ਚੰਗੀ ਸਾਨੂੰ ਸਿੱਖਣ ਨੂੰ ਚੀਜ਼ ਮਿਲਦੀ ਹੈ ਨਾ, ਹਮੇਸ਼ਾ ਹੀ ਉਹ ਚੀਜ਼ ਨੂੰ ਸਿੱਖ ਲੈਣਾ ਚਾਹੀਦਾ। ਅਤੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਭਾਜੀ ਹੁਣਾਂ ਦਾ ਸਰੋਤਾ ਵੀ ਆ ਚਵੰਦਾ ਸਾਹਿਬ ਦਾ, ਅਤੇ ਉਹਨਾਂ ਦੀ ਲਿਖਤ ਹਮੇਸ਼ਾ ਹੁੰਦੀ ਹੈ ਕਿ ਜਿਵੇਂ ਮੈਂ ਸੋਚਦਾ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਸੋਚਦੇ ਆ। ਅਤੇ ਅੱਜ ਜਿਹੜੀ ਗੱਲਬਾਤ ਕਰਨੀ ਹੈ ਪਹਿਲੇ ਭਾਗ ਦੇ ਵਿੱਚ ਅੰਮ੍ਰਿਤਸਰ ਦਾ ਬਜ਼ੁਰਗ ਬਾਬਾ, ਉਸ ਬਾਬੇ ਦੀ ਗੱਲਬਾਤ ਕਰਨੀ ਹੈ। ਉਹ ਬਾਬੇ ਨੇ ਕੀ ਕੁਛ ਕੀਤਾ ਕਿ ਕਿਸੇ ਦੀ ਜ਼ਿੰਦਗੀ ਬਦਲਤੀ, ਉਹ ਅੱਜ ਕਹਾਣੀ ਹੋਊਗੀ ਪਾਰਟ 1 ਦੇ ਵਿੱਚ। ਅਤੇ ਮੈਂ ਜ਼ਰੂਰ ਕਹੂੰਗਾ ਦੋਸਤੋ ਜਦੋਂ ਕਹਾਣੀ ਸੁਣ ਲਈ ਤਾਂ ਸਾਨੂੰ ਇੱਕ ਜ਼ਰੂਰ ਘੱਟੋ ਘੱਟ 2 ਜਾਂ 3 ਜਿੰਨੀਆਂ ਵੀ ਕਾਲ ਕਰ ਸਕਦੇ ਦੱਸਿਆ ਕਰੋ ਕਿ ਕਿਸ ਤਰ੍ਹਾਂ ਦੀ ਕਹਾਣੀ ਲੱਗੀ। ਅਤੇ ਪਾਰਟ 2 ਦੇ ਵਿੱਚ ਗੱਲਬਾਤ ਕਰਾਂਗੇ ਵਿਨੀਪੈਗ ਸ਼ਹਿਰ ਦੀ। ਅਤੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਜਵੰਦਾ ਸਾਹਿਬ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਚੁਣਦੇ ਵਾਸਤੇ ਹੋ, ਥੈਂਕ ਯੂ। ਸ਼ੁਕਰੀਆ ਭਾਈ ਜੀ, ਬਹੁਤ ਮਿਹਰਬਾਨੀ। ਅਤੇ ਬਾਬਾ ਜੀ ਦੀ ਗੱਲਬਾਤ ਕਰੀਏ ਅੰਮ੍ਰਿਤਸਰ ਜੀ, ਲੈ ਚਲੋ ਅੰਮ੍ਰਿਤਸਰ ਦੀ ਰੇਲਵੇ ਸਟੇਸ਼ਨ 'ਤੇ ਸਾਨੂੰ ਜੀ ਕਰਦੇ ਹਾਂ ਗੱਲ ਜੀ। ਪਰ ਉਸ ਨੂੰ ਥੋੜੀ ਜਿਹੀ ਭੂਮਿਕਾ ਬੰਨ੍ਹਣੀ ਚਾਹੁੰਦਾ ਜੀ ਕਿ ਜ਼ਿੰਦਗੀਆਂ ਜਿਹੜੀਆਂ ਨੇ ਉਹ ਇੰਨੀਆਂ ਟੈਂਸ ਹੋ ਗਈਆਂ ਨੇ, ਇੰਨੀਆਂ ਮੁਸ਼ਕਿਲ ਹੋ ਗਈਆਂ ਨੇ ਕਿ ਹਰ ਬੰਦਾ ਰੂਲ ਨੂੰ ਮੋਢਾ ਲੱਭਦਾ ਹੈ ਜੀ। ਬਿਜ਼ੀ ਲਾਈਫ ਹੈ, ਦੌੜ ਲੱਗੀ ਪਈ ਹੈ ਔਰ ਹਰ ਬੰਦਾ ਦੌੜੀ ਜਾ ਰਿਹਾ ਹੈ ਜੀ। ਔਰ ਇਸ ਦੇ ਵਿੱਚ ਇੱਕ ਆਮ ਬੰਦੇ ਦੀ ਮਾਨਸਿਕਤਾ, ਆਮ ਬੱਚੇ ਦੀ ਮਾਨਸਿਕਤਾ ਕਿਹੜੇ ਪੱਧਰ ਤੇ ਖਲੋਂਦੀ ਹੈ ਉਹ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਇਸ ਤੋਂ ਪਹਿਲਾਂ ਦੱਸਦਾ ਕਿ ਇਹ ਇੱਕ ਅਸਲ ਵਾਪਰੀ ਕਹਾਣੀ ਹੈ ਜੀ, ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਤੇ ਉਹ ਪਹਿਲਾਂ ਮੈਨੂੰ ਸੁਣਾ ਲੈਣ ਦਿਓ, ਫਿਰ ਆਪਾਂ ਉਹਦੇ ਤੇ ਬਾਅਦ 'ਚ ਗੱਲਬਾਤ ਕਰਾਂਗੇ ਜੀ। ਵੱਖਰੇ ਪਹਿਲੂ ਆ ਉਹਨਾਂ ਤੇ ਡਿਸਕਸ਼ਨ ਵੀ ਕਰਾਂਗੇ ਥੋੜੀ ਜਿਹੀ। ਤਾਂ ਮੈਂ ਸ਼ੁਰੂ ਕਰਦਾ ਕਿ ਨਤੀਜਾ ਲਿਸਟ ਲੱਗ ਗਈ ਪਰ ਪਾਸ ਹੋਇਆਂ ਵਿੱਚ ਮੇਰਾ ਨਾਮ ਨਹੀਂ ਸੀ। ਮੈਂ ਆਪਣਾ ਨਾਂ ਮਿਸਿੰਗ ਵੇਖ ਕੇ ਪੱਥਰ ਹੋ ਗਿਆ, ਮੇਰਾ ਨਾਂ ਨਹੀਂ ਸੀ ਤੇ ਮੈਂ ਇਹ ਤਲਾਸ਼ ਨਹੀਂ ਕਰ ਪਾਇਆ ਔਰ ਮੈਂ ਪੱਥਰ ਹੋ ਗਿਆ। ਅਗਲੀ ਜਮਾਤ ਵਿੱਚ ਹੋ ਗਏ ਮੇਰੇ ਨਾਲ ਦੇ ਮੇਰਾ ਮਜ਼ਾਕ ਉਡਾਉਂਦੇ ਜਾਪੇ। ਇੱਕ ਵਾਰੀ ਮੇਰਾ ਦਿਲ ਕੀਤਾ ਕਿ ਮੈਂ ਦੌੜ ਕੇ ਮਾਂ ਦੀ ਬੁੱਕਲ ਵਿੱਚ ਵੜ ਜਾਵਾਂ। ਮੇਰੀ ਮਾਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ, ਸਾਰੇ ਜਹਾਨ ਦੀਆਂ ਝਿੜਕਾਂ ਅਤੇ ਮਿਹਣੇ ਆਪਣੇ ਵਜੂਦ ਤੇ ਸਹਿੰਦੀ ਹੋਈ ਵੀ ਹਮੇਸ਼ਾ ਮੇਰਾ ਪੱਖ ਪੂਰਿਆ ਕਰਦੀ। ਅੰਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਰ ਝੂਠ ਬੋਲ ਜਾਇਆ ਕਰਦੀ। ਪਰ ਜਦੋਂ ਵੀ ਮੌਕਾ ਮਿਲਦਾ ਸ਼ਹੀਦਾਂ ਸਾਹਿਬ ਜਾ ਕੇ ਇਹੋ ਅਰਦਾਸ ਕਰਨਾ ਕਦੀ ਨਾ ਭੁੱਲਦੀ ਕਿ ਹੇ ਬਾਬਾ ਦੀਪ ਸਿੰਘ ਜੀ, ਮੇਰੇ ਪੁੱਤ ਦੀ ਹਮੇਸ਼ਾ ਰਾਖੀ ਕਰਨੀ ਜੀ। ਇਹਨਾਂ ਸਾਰੀਆਂ ਸੋਚਾਂ ਵਿੱਚ ਪਿਆ ਮੈਂ ਭੰਡਾਰੀ ਪੁਲ ਹੇਠ ਰੇਲਵੇ ਲਾਈਨ ਦੇ ਨਾਲ ਬਣੀ ਪੱਥਰ ਦੀ ਸਿਲ ਤੇ ਆਣ ਬੈਠਾ। ਹੁਣ ਤੱਕ ਮੈਂ ਲਗਭਗ ਆਪਣਾ ਮਨ ਬਣਾ ਹੀ ਚੁੱਕਿਆ ਸਾਂ, ਮਤਲਬ ਮਨ ਬਣਾ ਚੁੱਕਿਆ ਸਾਂ ਜੀ, ਆਪ ਨੂੰ ਖਤਮ ਕਰ ਲੈਣਾ। ਇਹਨੇ ਨੂੰ 5 ਵਜੇ ਵਾਲੀ ਸ਼ਤਾਬਦੀ ਦਾ ਟਾਈਮ ਹੋ ਗਿਆ ਜੀ। ਸ਼ਾਮੀ 5 ਵਜੇ ਅੰਮ੍ਰਿਤਸਰ ਤੋਂ ਇੱਕ ਦਿੱਲੀ ਨੂੰ ਸ਼ਤਾਬਦੀ ਚੱਲਦੀ ਹੈ ਜੀ। ਮੈਂ ਕਿਆਸੇ ਲਾ ਰਿਹਾ ਸਾਂ, ਬਸ ਥੋੜੀ ਜਿਹੀ ਭੀੜ ਹੋਵੇਗੀ, ਮੁੜ ਜ਼ਮਾਨੇ ਭਰ ਦੀਆਂ ਮੁਸ਼ਕਿਲਾਂ ਤੋਂ ਸਦਾ ਲਈ ਨਿਜਾਤ ਮਿਲ ਜਾਵੇਗੀ ਜੀ। ਇਹਨੇ ਨੂੰ ਗੱਡੀ ਤੁਰ ਪਈ।
ਤੇ ਨਾਲ ਹੀ ਤੁਰ ਪਿਆ ਮੇਰਾ ਵਜੂਦ ਵੀ। ਮੈਂ ਆਪਣੀ ਕਦਮੀ ਪਟਰੀ ਵੱਲ ਵੱਧਦਾ ਗਿਆ। ਮੇਰਾ ਬਕਾਇਦਾ ਪਲਾਨ ਸੀ ਕਿ ਇੰਜਣ ਤੋਂ ਐਨ ਬਾਅਦ ਦੂਜੇ ਡੱਬੇ ਦੇ ਪਹਿਲੇ ਚੱਕੇ ਅੱਗੇ ਛਾਲ ਮਾਰ ਦੇਣੀ, ਪਰ ਅਚਾਨਕ ਗੱਡੀ ਕੁਝ ਹੌਲੀ ਹੋ ਗਈ। ਤਜਰਬੇਕਾਰ ਡਰਾਈਵਰ ਨੂੰ ਸ਼ਾਇਦ ਅੰਦਾਜ਼ਾ ਹੋ ਗਿਆ ਸੀ ਕਿ ਮੇਰੇ ਮਨ ਵਿੱਚ ਕੀ ਚੱਲ ਰਿਹਾ ਹੈ। ਉਸਨੇ ਬਹੁਤ ਸਾਰੀਆਂ ਵਿਸਲਾਂ ਮਾਰੀਆਂ, ਫਿਰ ਜ਼ੋਰ ਦੀ ਬ੍ਰੇਕ ਲਾ ਦਿੱਤੀ। ਜੀ, ਲੋਹੇ ਦਾ ਪਹਾੜ ਛੇਤੀ ਕਿਤਿਆਂ ਕਿੱਥੇ ਰੁਕਦਾ ਹੈ। ਰੁਕਦੀ ਵੀ ਉਹ ਤੁਰੀ ਆਈ। ਬਸ ਕੁਝ ਕੁ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ ਕਿ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੇ ਜਿਹੇ ਹੱਥ ਨੇ ਮੈਨੂੰ ਮੋਢਿਆਂ ਤੋਂ ਫੜ ਕੇ ਪਿਛਾਂਹ ਖਿੱਚ ਲਿਆ। ਜੀ, ਮੈਂ ਮੁੜ ਕੇ ਵੇਖਿਆ, ਇੱਕ ਉੱਚੇ ਲੰਮੇ ਬਾਬਾ ਜੀ, ਗਾਤਰਾ ਪਾਈ, ਨਿੰਮਾ ਹੱਸਦੇ ਹੋਏ ਆਖਣ ਲੱਗੇ, ਇੰਜ ਥੋੜਾ ਕਰੀਦਾ ਪੁੱਤਰ, ਮੁਸ਼ਕਲਾਂ ਤੋਂ ਡਰੀਦਾ ਥੋੜੀ ਹੈ। ਇਹ ਮਨੁੱਖਾ ਸਰੀਰ ਤੇ ਵਾਹਿਗੁਰੂ ਦੀ ਨਿਮਤ ਹੈ। ਉਹ ਹੋਰ ਵੀ ਕਿੰਨਾ ਕੁਝ ਬੋਲਦੇ ਗਏ ਤੇ ਮੈਂ ਉਹਨਾਂ ਦੇ ਮੁਖੇ ਨੂੰ ਤੱਕਦਾ ਹੀ ਰਹਿ ਗਿਆ। ਇੰਨੇ ਨੂੰ ਗੱਡੀ ਲੰਘ ਗਈ। ਉਹ ਨਿਰਾਪੁਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ ਸੀ ਉਹਨਾਂ ਦਾ। ਉਹ ਮੇਰੇ ਮੋਢਿਆਂ ਨੂੰ ਫੜ ਕੇ ਮੈਨੂੰ ਹਾਲਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ। ਅੰਮ੍ਰਿਤਸਰ ਦਾ ਤੁਹਾਨੂੰ ਦੱਸਦਾ ਕਿ ਜੀ, ਦਰਬਾਰ ਸਾਹਿਬ ਜਾਣਾ ਹੁੰਦਾ ਸੀ ਨਾ ਜੀ, ਲਾਈਨਾਂ ਕ੍ਰਾਸ ਕਰਕੇ ਅਸੀਂ ਹਾਲਗੇਟ ਸਾਈਡ ਤੇ ਵੀ ਜਾ ਸਕਦੇ ਸੀ। ਉਹ ਸਾਈਡ ਤੇ ਲਾਏ। ਹਾਲਗੇਟ ਵਾਲੇ ਪਾਸੇ ਨੂੰ ਲੈ ਆਏ। ਪੁਲ ਤੋਂ ਹੇਠਾਂ ਉਤਰਦਿਆਂ ਇੱਕ ਆਟੋ ਨੂੰ ਹੱਥ ਦਿੱਤਾ ਤੇ ਮੈਨੂੰ ਉਸ ਵਿੱਚ ਬਿਠਾਉਂਦੇ ਹੋਏ ਆਖਣ ਲੱਗੇ, ਜਾ ਪੁੱਤਰਾ, ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ, ਤੈਨੂੰ ਉੱਥੇ ਕੋਈ ਤੇਰਾ ਆਪਣਾ ਬੈਠਾ ਉਡੀਕੀ ਜਾਂਦਾ ਹੈ। ਮੈਂ ਡੌਰ ਭੌਰ ਹੋਏ ਨੂੰ, ਮੈਨੂੰ ਕੁਝ ਪਤਾ ਨਹੀਂ ਲੱਗਾ ਕਿ ਬਾਬਾ ਜੀ ਕੌਣ ਸਨ, ਕਿੱਥੋਂ ਆਏ ਤੇ ਮੁੜ ਕਿੱਧਰ ਨੂੰ ਚਲੇ ਗਏ। ਗੁਰੂ ਰਾਮਦਾਸ ਦੇ ਅਸਥਾਨ ਤੇ ਜਾ ਕੇ ਦਰਸ਼ਨ ਕੀਤੇ। ਫਿਰ ਜਦੋਂ ਲੰਗਰ ਹਾਲ ਵਿੱਚ ਪ੍ਰਸ਼ਾਦਾ ਛਕਣ ਬੈਠ ਗਿਆ ਤਾਂ ਸਾਹਮਣੇ ਬੈਠੀ ਮਾਂ ਦਿਸ ਪਈ। ਮੈਂ ਨਿੱਕੇ ਬਾਲ ਵਾਂਗ ਧੂ ਕੇ ਜਾ ਕੇ ਉਸਨੂੰ ਜੱਫੀ ਪਾ ਲਈ। ਇੰਨੀ ਦੇਰ ਉਸਦੀ ਬੁੱਕਲ ਵਿੱਚ ਸਿਰ ਦੇ ਕੇ ਰੋਂਦਾ ਰਿਹਾ। ਫਿਰ ਜਦੋਂ ਦੋਹਾਂ ਨੇ ਇਕੱਠਿਆਂ ਬੈਠ ਕੇ ਲੰਗਰ ਛਕਿਆ ਤਾਂ ਇੰਜ ਜਾਪਿਆ ਜਿੱਦਾਂ ਸਦੀਆਂ ਤੋਂ ਲੱਗੀ ਹੋਈ ਕੋਈ ਨਾ ਮਿਟਣ ਵਾਲੀ ਭੁੱਖ ਦੀ ਹਮੇਸ਼ਾ ਵਾਸਤੇ ਤ੍ਰਿਪਤੀ ਹੋ ਗਈ ਹੋਵੇ। ਅੱਜ ਤਕਰੀਬਨ 20 ਸਾਲ ਹੋ ਗਏ ਨੇ ਇਸ ਗੱਲ ਨੂੰ। ਜਦੋਂ ਵੀ ਅਮਰੀਕਾ ਤੋਂ ਮੁੜਦਿਆਂ ਦਿੱਲੀ ਜਹਾਜ਼ੋਂ ਉਤਰਦਾ ਹਾਂ ਤਾਂ ਜਾਣ-ਬੁੱਝ ਕੇ ਹੀ ਰੇਲ ਗੱਡੀ ਫੜਦਾ ਹਾਂ ਤਾਂ ਕਿ ਅੰਮ੍ਰਿਤਸਰ ਪੁੱਜ ਕੇ ਭੰਡਾਰੀ ਪੁਲ ਹੇਠ ਪਈ ਉਸੇ ਸਿੱਲ ਨੂੰ ਦੇਖ ਸਕਾਂ ਜਿੱਥੇ ਬਹੁਤ ਸਾਲ ਪਹਿਲਾਂ ਮੇਰਾ ਪੁਨਰ ਜਨਮ ਹੋਇਆ ਸੀ। ਅੰਮ੍ਰਿਤਸਰ ਥਾਂ ਖਲੋਤੇ ਉਹੀ ਬਾਬਾ ਜੀ ਵਰਗੇ ਅਨੇਕਾਂ ਵਜੂਦ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪ੍ਰੇਰਦੇ ਹੋਏ ਪ੍ਰਤੀਤ ਹੁੰਦੇ ਨੇ। ਫਿਰ ਲੰਗਰ ਪਾਣੀ ਛਕ ਗੁਰਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਦੇ ਉਸ ਥੜੇ ਤੇ 2 ਘੜੀਆਂ ਬੈਠਣਾ ਕਦੀ ਨਹੀਂ ਭੁੱਲਦਾ, ਜਿੱਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਕੁਝ ਵਰੇ ਪਹਿਲਾਂ ਅੰਤਮ ਸੰਸਕਾਰ ਹੋਇਆ ਸੀ। ਸੋ ਦੋਸਤੋ, ਸਾਡੇ ਜੀਵਨ ਦੀ ਇੱਕ ਘੜੀ, ਇੱਕ ਪਲ, ਇੱਕ ਲਮਹਾ ਮਾੜਾ ਹੋ ਸਕਦਾ ਹੈ, ਪਰ ਪੂਰੀ ਦੀ ਪੂਰੀ ਜ਼ਿੰਦਗੀ ਕਦੀ ਵੀ ਨਹੀਂ ਮਾੜੀ ਹੋ ਸਕਦੀ। ਬਿਲਕੁਲ। ਤੋ ਜਿਉਂਦੇ ਜਾਗਦੇ ਹੱਸਦੇ ਵਸਦੇ ਰਹਿੰਦੇ ਹੋਏ ਕਿਸੇ ਰੋਂਦੇ ਹੋਏ ਪਰੇਸ਼ਾਨ ਵਜੂਦ ਨੂੰ ਆਪਣਾ ਮੋਢਾ ਜ਼ਰੂਰ ਪੇਸ਼ ਕਰਿਆ ਕਰੋ ਤਾਂ ਕਿ ਜਜ਼ਬਾਤ ਦੇ ਰੌਂ ਵਿੱਚ ਆ ਕੇ ਖੁਦ ਕੋਈ ਐਸਾ ਕੰਮ ਕਰ ਲਵੋ ਕਿ ਬੁੱਢੇ ਮਾਂ-ਬਾਪ ਨੂੰ ਤੁਹਾਡੇ ਬੇਜਾਨ ਪਏ ਵਜੂਦ ਲਈ 3 ਮੁੰਡੇ ਹੋਰ ਲੱਭਣੇ ਪੈਣ। ਵਾਹ ਜੀ ਵਾਹ। ਜਵੰਦਾ ਸਾਹਿਬ, ਕਮਾਲ
ਕਮਾਲ ਸੱਚੀ ਮੁੱਚੀ ਕਿੰਨਾ ਕੁਛ ਹੀ ਮਤਲਬ ਇਸ ਕਹਾਣੀ ਦੇ ਵਿੱਚ ਹੈ ਨਾ। ਸੋ ਉਸ ਮਾਂ ਦਾ ਪਾਤਰ ਮਤਲਬ ਸੱਚਾਈ ਐਕਚੁਅਲ ਮਤਲਬ ਜਿਹੜੀ ਹੈਗੀ ਹੈ ਨਾ ਹੱਡ ਬੀਤੀ ਹੈ ਨਾ ਜਵੰਦਾ ਸਾਹਿਬ ਇਹ ਹੱਡ ਬੀਤੀ ਜੀ, ਹੱਡ ਬੀਤੀ ਜੀ। ਕਿਸੇ ਨੇ ਲਿਖ ਕੇ ਭੇਜੀ ਸੀ ਅਮਰੀਕਾ ਤੋਂ, ਉਹ ਬੰਦਾ, ਉਹ ਵੀਰ, ਉਹ ਭਰਾ ਸਾਡਾ ਜਿਹੜਾ ਅਮਰੀਕਾ 'ਚ ਸੈਟਲ ਹੈ ਜੀ, ਉਹ ਕਹਿੰਦਾ ਵੀ ਮੈਂ ਇਹਨੂੰ ਹਰ ਸਾਲ ਰਿਪੀਟ ਕਰਦਾ ਜੀ ਜੀ, ਉਹ ਨੋਟੀਫਿਕੇਸ਼ਨ ਆਉਂਦਾ ਮੈਨੂੰ, ਉਹ ਰਿਪੀਟ ਕਰਦਾ ਕਿਉਂਕਿ ਇਹੋ ਜਿਹੇ ਵਾਰਤਕ ਜਿਹੜੇ ਨੇ, ਇਹੋ ਜਿਹੇ ਇੰਸੀਡੈਂਟਸ ਹੈਗੀਆਂ ਨੇ ਜਿਹੜੀਆਂ, ਉਹਨਾਂ ਨੂੰ ਰਿਪੀਟ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਜੀ। ਬਿਲਕੁਲ ਬਿਲਕੁਲ ਜਵੰਦਾ ਸਾਹਿਬ, ਇੱਕ ਵਾਰੀ ਮੈਂ ਹੁਣ ਨਾ ਆਪਣੇ ਨੰਬਰ ਸਟੂਡੀਓ ਦਾ ਦੇ ਦਾਂ, ਮੈਨੂੰ ਲੱਗਦਾ ਸਕਰੀਨ ਤੇ ਆ ਨਹੀਂ ਰਹੇ, ਜਿਹੜਾ ਆਪਣੇ ਨੰਬਰ ਹੈਗਾ ਜੀ ਪੰਜਾਬ ਸਟੂਡੀਓ ਦਾ 905 673 9700, ਤੁਸੀਂ ਜ਼ਰੂਰ ਸਾਨੂੰ ਕਾਲ ਕਰਕੇ ਦੱਸਣਾ ਹੈ। ਔਰ ਕਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਹੋਇਆ ਹੋਵੇ ਹੈ ਨਾ, ਉਹ ਸਮਾਂ ਯਾਦ ਕਰਕੇ ਤੁਸੀਂ ਵੀ ਜ਼ਰੂਰ ਸ਼ੇਅਰ ਕਰੋ। ਜਵੰਦਾ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਨਾ, ਮੈਂ ਹਮੇਸ਼ਾ ਹੀ ਆਪਣੇ ਦਾਦਾ ਜੀ ਨੂੰ ਯਾਦ ਕਰਦਾ ਹੁੰਦਾ, ਕਹਿੰਦੇ ਹੋਏ ਨਾ ਕਈ ਵਾਰ ਕਿਸੇ ਤੁਹਾਡਾ ਝੂਠ ਬੋਲਿਆ ਕਿਸੇ ਲਈ ਮਤਲਬ ਕਿਸੇ ਦੀ ਜਾਨ ਬਚਾ ਸਕਦਾ, ਕਿਸੇ ਲਈ ਕੁਝ ਵਧੀਆ ਕਰ ਸਕਦਾ, ਉਹ ਝੂਠ ਨਹੀਂ ਹੁੰਦਾ ਹੈ ਨਾ। ਦੇਖੋ ਜਿਵੇਂ ਤੁਸੀਂ ਉਹ ਸ਼ਬਦ ਮਤਲਬ ਜਿਹੜੀ ਮਾਂ ਹੁੰਦੀ ਹੈ ਨਾ, ਦੇਖੋ ਉਹ ਝੂਠ, ਉਹਨੂੰ ਮਤਲਬ ਝੂਠ ਨਹੀਂ ਭਾਜੀ ਜਿਵੇਂ ਕਹਾਂਗੇ ਆਪਾਂ ਹੈ ਨਾ, ਕਈ ਵਾਰ ਬੱਚੇ ਦੇ ਕੁਝ ਲੁਕਾਉਣਾ, ਮਤਲਬ ਕਿਹੜਾ ਕੁਝ ਨਹੀਂ ਕਰਦੀ ਮਾਂ ਹੈ ਨਾ, ਉਹ ਸ਼ਬਦ, ਫਿਰ ਉਹ ਬਾਬਾ ਜੀ ਰੂਪ, ਮਤਲਬ ਜਿਹੜਾ ਦੱਸਣਾ ਫੀਲਿੰਗ, ਮਤਲਬ ਉਹ ਜਿਹੜੀਆਂ ਫੀਲਿੰਗ ਆ ਨਾ, ਯਾਦ ਕਰੋ ਬਾਈ ਜੀ, ਇਹ ਜਿਹੜੀਆਂ ਗੱਲਾਂ ਆਪਾਂ ਪੜ੍ਹਦੇ ਰਹੇ ਹਾਂ ਸਕੂਲ ਦੇ ਵਿੱਚ, ਇਹ ਆਮ ਹੀ ਹੁੰਦਾ ਸੀ। ਕੋਈ ਫੇਲ ਹੋ ਗਿਆ ਔਰ ਕੁਛ ਲੋਕ ਤਾਂ ਉਹਨੂੰ ਚਿੜਾਉਣ ਵਾਲੇ, ਜਿਸ ਤਰ੍ਹਾਂ ਇਹਦੇ ਵਿੱਚ ਵੀ ਉਹ ਪਾਤਰ ਨੇ ਜਿਹੜੇ ਆਪ ਸੀ ਜਿਨ੍ਹਾਂ ਤੇ ਬੀਤੀ, ਉਹਨਾਂ ਨੇ ਦੱਸਿਆ ਹੈ ਨਾ, ਅਤੇ ਕੁਛ ਲੋਕ ਮੋਢਾ ਦੇਣ ਵਾਲੇ, ਕਿਉਂਕਿ ਮੋਢਾ ਦੇਣ ਵਾਲੇ ਚਾਹੀਦੇ ਆ, ਖਾਸ ਕਰਕੇ ਬਾਈ ਜੀ ਜਿਹੜੇ ਇਹਨਾਂ ਆਪਾਂ ਮੁਲਕਾਂ ਦੇ ਵਿੱਚ ਆ ਗਏ ਹਾਂ, ਬਿਜ਼ਨਸ ਕਰਦੇ ਹਾਂ, ਮਤਲਬ ਮੈਂ ਨਹੀਂ ਕਹੂੰਗਾ ਸਾਰੇ, ਕਿਉਂਕਿ ਕੁਛ ਰੱਬੀ ਰੂਪ ਉਹ ਬਾਬਾ ਜੀ ਵਰਗੇ ਹੁੰਦੇ ਆ, ਜਿਵੇਂ ਸੁਖਦੀਪ ਹੋਣਾ ਨੇ ਪਿਕਚਰ ਵੀ ਨਾਲ ਦਿਖਾਈ ਨਾ, ਉਹ ਹੋਰ ਮਤਲਬ ਲੱਗਦਾ ਕਿ ਕਿਸ ਤਰ੍ਹਾਂ ਦਾ ਉਹ ਇਨਸਾਨ ਹੋਊ। ਇੱਥੇ ਵੀ ਬਾਈ ਜੀ ਉੱਦਾਂ ਦੇ ਇਨਸਾਨ ਚਾਹੀਦੇ ਆ, ਜਦੋਂ ਬੰਦਾ ਡਿੱਗਦਾ ਨਾ ਉਹਨੂੰ ਆਸਰਾ ਦੇਣ ਵਾਲੇ, ਇੱਕ ਹੱਲਾਸ਼ੇਰੀ ਦੇ ਕੇ ਨਾ ਬੜਾ ਕੁਛ ਅੱਗੇ ਨਿਕਲ ਜਾਂਦਾ ਹੈ। ਅਤੇ ਅਦਰਵਾਈਜ਼ ਬਾਈ ਜੀ ਇਹ ਹੁੰਦਾ ਹੈ ਕਿ ਜੇ ਕੋਈ, ਜਿਵੇਂ ਤੁਸੀਂ ਵੀ ਰੀਅਲ ਸਟੇਟ 'ਚੋਂ, ਮੈਂ ਵੀ ਹਾਂ, ਕਈ ਵਾਰ ਕੋਈ ਦੇਖੀਦਾ ਬਾਈ ਜੀ ਬੰਦਾ ਫਸਿਆ ਹੋਇਆ, ਸਸਤੀ ਚੀਜ਼ ਮਿਲ ਜੂ, ਉਹਨੂੰ ਹੋਰ ਡੋਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਭਾਈ ਜੇ ਤੂੰ ਡੁੱਬ ਰਿਹਾ ਉਹਨੂੰ ਡੋਬ ਦਿਓ ਹੋਰ, ਜੇ ਕੋਈ ਬਿਜ਼ਨਸ ਕਿਹਦਾ ਮਰਦਾ ਹੋਰ ਕਰ ਦਿਓ, ਬਾਈ ਜੀ ਤਾਂ ਟੁੱਟਿਆ ਹੋਇਆ, ਇਹ ਤਾਂ ਚੀਜ਼ ਇੰਨੀ ਦੀ ਦੇ ਦੂਗਾ ਹੈ ਨਾ। ਸੋ ਸਾਨੂੰ ਬਾਈ ਜੀ ਇੱਦਾਂ ਦੀਆਂ ਜਿਹੜੀਆਂ ਤੁਸੀਂ ਅਖੀਰ ਦੇ ਵਿੱਚ ਮਤਲਬ ਗੱਲ ਕਹੀ ਨਾ ਪਾਤਰ ਨੇ, ਕਿ ਮਤਲਬ ਹੋਰ ਤੁਸੀਂ ਥੋੜ੍ਹਾ ਬਿਆਨ ਕਰੋ ਬਾਈ ਜੀ ਇਸ ਬਾਰੇ ਆਪਣੇ ਸ਼ਬਦਾਂ ਦੇ ਵਿੱਚ। ਤਾਂ ਕਿ ਮੈਂ ਲਾਸਟ ਜਿਹੜਾ ਪੈਰਾਗ੍ਰਾਫ ਹੈ ਮੈਂ ਦੁਬਾਰਾ ਪੜ੍ਹਦਾ ਜੀ। ਰੋਂਦੇ ਜਾਗਦੇ ਹੱਸਦੇ ਵਸਦੇ ਰਹਿੰਦੇ ਹੋਏ ਕਿਸੇ ਰੋਂਦੇ ਹੋਏ ਪਰੇਸ਼ਾਨ ਵਜੂਦ ਨੂੰ ਆਪਣਾ ਮੋਢਾ ਜ਼ਰੂਰ ਪੇਸ਼ ਕਰੋ, ਨਾ ਕਿ ਜਜ਼ਬਾਤ ਦੇ ਰੌਂ ਵਿੱਚ ਆ ਕੇ ਖੁਦ ਕੋਈ ਐਸਾ ਕੰਮ ਕਰ ਜਾਵੋ ਕਿ ਤੁਹਾਡੇ ਬੁੱਢੇ ਮਾਂ-ਬਾਪ ਨੂੰ ਤੁਹਾਡੇ ਬੇਜਾਨ ਪਏ ਵਜੂਦ ਲਈ 3 ਮੋਢੇ ਹੋਰ ਲੱਭਣੇ ਪੈ ਜਾਣ। ਇਹ ਹੈ ਕਿ ਇਨਸਟੈਡ ਕਿ ਤੁਸੀਂ ਆਪ ਢਹਿੰਦੀ ਕਲਾ 'ਚ ਜਾ ਕੇ, ਆਪ ਨੈਗੇਟਿਵਿਟੀ ਦੇ ਪ੍ਰਭਾਵ 'ਚ ਜਾ ਕੇ ਕੋਈ ਐਸਾ ਕੰਮ ਕਰ ਲਓ, ਕਿਉਂਕਿ ਦੇਖੋ ਇੱਕ ਜਿਹੜੀ ਸੁਸਾਈਡ ਹੈ ਨਾ, ਸੁਸਾਈਡਲ ਟੈਂਡੈਂਸੀ ਜਿਹੜੀ ਹੈ, ਇਹਦੇ ਤੇ ਮੈਂ ਕਾਫੀ ਸਟੱਡੀ ਕੀਤੀ ਹੈ ਜੀ। ਮੋਮੈਂਟਰੀਲੀ ਇਹ ਪਲ ਕੁ ਵਾਸਤੇ, ਥੋੜੇ ਜਿਹੇ ਪਲ ਛਣ ਵਾਸਤੇ ਤੁਹਾਡੇ ਮਨ ਤੇ ਭਾਰੂ ਹੋ ਜਾਂਦਾ, ਇੱਕ ਐਸੀ ਫੀਲਿੰਗ ਭਾਰੂ ਹੋ ਜਾਂਦੀ ਕਿ ਤੁਹਾਨੂੰ ਸਾਰੀ ਦੁਨੀਆ ਹੀ ਤੁਹਾਡਾ ਦੁਸ਼ਮਣ ਲੱਗਣ ਲੱਗ ਪੈਂਦੀ ਹੈ ਜੀ। ਦੋਸਤ ਮਿੱਤਰ, ਤੁਹਾਡੀ ਆਈ ਹੈ। ਜਵੰਦਾ ਸਾਹਿਬ, ਤੁਹਾਡੀ ਆਵਾਜ਼ 'ਚ ਮੈਨੂੰ ਥੋੜਾ ਜਿਹਾ ਲੱਗ ਰਿਹਾ, ਚੈੱਕ ਕਰੋਗੇ? ਆਵਾਜ਼ ਨਹੀਂ ਆ ਰਹੀ ਸੀਗੀ। ਅੱਛਾ, ਆਵਾਜ਼ ਨਹੀਂ ਆ ਰਹੀ ਜੀ? ਹੁਣ ਠੀਕ ਹੈ ਵੀਰ ਜੀ, ਹਾਂ ਹੁਣ ਠੀਕ ਆ ਰਹੀ ਹੈ ਜੀ। ਉਹ ਉਸ ਟਾਈਮ ਤੇ ਜਿਹੜਾ ਵਜੂਦ ਹੈ, ਜਿਹੜੀ ਤੁਹਾਡੀ ਜ਼ਮੀਰ ਹੈ, ਜਿਹੜਾ ਤੁਹਾਡਾ ਇਨਰ ਜਿਹੜੀ ਤੁਹਾਡਾ ਇੱਕ ਸੋਲ ਹੈ, ਉਹ ਇੱਕ ਐਸਾ ਮੋਢਾ ਲੱਭਦੀ ਹੈ, ਇੱਕ ਐਸਾ ਵਜੂਦ ਲੱਭਦੀ ਹੈ ਜਿਹਦੇ ਮੋਢੇ ਤੇ ਤੁਸੀਂ ਬੈਠ ਕੇ ਆਪਣਾ ਸਿਰ ਰੱਖ ਕੇ ਰੋ ਸਕੋ। ਸੋ ਉਹ ਤੁਸੀਂ ਕਈ ਵਾਰੀ ਦੇਖਿਆ ਹੋਣਾ ਕਿ ਕੁਝ ਲੋਕ ਸੁਸਾਈਡ ਕਰਨ ਵਾਸਤੇ ਪੁਲ ਤੇ ਚੜ੍ਹਦੇ ਆ, ਆਫਿਸਰ ਹੈਗੇ ਆ, ਉਹਨਾਂ ਨੂੰ ਪਰਸਿਊ ਕਰਦੇ ਆ, ਤੇ ਲਾਗੇ ਪਹੁੰਚ ਕੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਇਹਨਾਂ ਨੂੰ ਕਿੱਦਾਂ ਤੁਸੀਂ ਮੋਟੀਵੇਟ ਕਰਕੇ ਇਸ ਕਦਮ ਚੁੱਕਣ ਤੋਂ ਰੋਕਣਾ ਹੈ। ਸੋ ਬਾਕੀ ਤੁਸੀਂ ਮਾਂ ਦੀ ਗੱਲ ਕੀਤੀ ਹੈ ਜੀ। ਮਾਂ ਤੇ ਇੱਕ ਪ੍ਰਾਣੀ ਬਣਾਇਆ ਰੱਬ ਨੇ। ਉਹ ਕਹਿੰਦੇ ਕਿ ਰੱਬ ਜਿਹੜਾ ਸੀ ਹਰ ਜਗ੍ਹਾ ਹਾਜ਼ਰ ਨਹੀਂ ਸੀ ਹੋ ਸਕਦਾ, ਤੇ ਇਸ ਕਰਕੇ ਉਸਨੇ ਮਾਂ ਬਣਾ ਦਿੱਤੀ। ਸੋ ਉਹ ਜਿਹੜੀ ਹੈ ਉਹ ਤੁਹਾਡੀ ਹਰ ਜਗ੍ਹਾ ਤੇ ਸਪੋਰਟ ਕਰਦੀ ਹੈ,
ਹਰ ਜਗ੍ਹਾ ਤੇ ਤੁਹਾਨੂੰ ਮੋਟੀਵੇਟ ਕਰਦੀ ਹੈ, ਤੁਹਾਡੀਆਂ ਦੁਆਵਾਂ ਮੰਗਦੀ ਹੈ, ਤੁਹਾਡੀ ਜਿਹੜੀ ਵੈਲ ਵਿਸ਼ਿੰਗ ਵਾਸਤੇ ਤੁਹਾਡਾ ਉਹ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰਦੀ ਸੀ ਕਿ ਮੇਰੇ ਪੁੱਤ ਦੀ ਰਾਖੀ ਕਰਨੀ। ਔਰ ਉਹ ਜਿਹੜੇ ਵੀਰ ਨੇ ਇਹ ਗੱਲ ਦੱਸੀ, ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਿ ਉਹ ਗੁਰੂ ਰਾਮਦਾਸ ਦੀ ਨਗਰੀ 'ਚ ਇਹ ਵਰਤਾਰਾ ਕਿੱਦਾਂ ਹੋਇਆ, ਪਰ ਹੋਇਆ। ਠੀਕ ਹੈ ਜੀ। ਔਰ ਬਾਕੀ ਕਿੰਨੇ ਕਿੱਥੋਂ ਆਏ ਮੈਨੂੰ ਨਹੀਂ ਸੀ ਪਤਾ, ਫਿਰ ਮੈਨੂੰ ਆਟੋ ਤੇ ਚੜਾ ਕੇ ਕਿੱਥੇ ਚਲੇ ਗਏ ਮੈਨੂੰ ਨਹੀਂ ਪਤਾ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਕਿਹਾ ਕਿ ਜਾ ਤੇਰਾ ਕੋਈ ਆਪਣਾ ਗੁਰੂ ਦੇ ਦਰਬਾਰ 'ਚ ਬੈਠਾ ਅੜਿੱਕੀ ਜਾਂਦਾ ਜੀ, ਮੈਂ ਬੜਾ ਕਿਉਰਿਓਸਿਟੀ ਹੋਈ ਮੇਰੇ ਮਨ 'ਚ ਕਿ ਕੌਣ ਹੋ ਸਕਦਾ ਹੈ। ਪਰ ਜਦੋਂ ਮੈਂ ਆਪਣੀ ਮਾਂ ਨੂੰ ਬੈਠਿਆ ਦੇਖਿਆ ਉੱਤੇ ਤੇ ਕਹਿੰਦਾ ਫਿਰ ਮੇਰੀ ਮਾਨਸਿਕਤਾ ਜਿਹੜੀ ਆ ਉਹ ਪਿਘਲ ਗਈ। ਇਹਦੇ ਇਸੇ ਵਜੂਦ ਨੂੰ ਤੇ ਮੈਂ ਲੱਭ ਰਿਹਾ ਸੀ ਥੋੜੇ ਚਿਰ ਪਹਿਲਾਂ। ਕਰਾਮਾਤਾਂ ਹੁੰਦੀਆਂ ਜੀ, ਇਹ ਜਿਹੜੀਆਂ ਨੇ ਮਿਰੇਕਲਸ ਹੁੰਦੇ ਆ, ਔਰ ਇੱਕ ਨਹੀਂ ਕਈ ਲੋਕਾਂ ਨੇ ਕਿਹਾ ਕਿ ਉਸ ਦਰਬਾਰ 'ਚ ਹੁੰਦੇ ਆ, ਉਸ ਸ਼ਹਿਰ 'ਚ ਹੁੰਦੇ ਆ। ਠੀਕ ਹੈ ਜੀ। ਮਤਲਬ ਜਵੰਦਾ ਸਾਹਿਬ ਉਹੀ ਚੀਜ਼ ਹੁੰਦੀ ਹੈ ਨਾ, ਤੁਸੀਂ ਜਿਵੇਂ ਧੰਨੇ ਭਗਤ ਦੀ ਗੱਲਬਾਤ ਕੀਤੀ ਜਾਂਦੀ ਆ, ਹੈ ਨਾ, ਹਮੇਸ਼ਾ ਆਪਾਂ ਕਹਿੰਦੇ ਨੇ ਵੀ ਤੁਹਾਡੇ ਅੰਦਰ ਕੀ ਆ, ਤੁਸੀਂ ਕੀ ਚਾਹੁੰਦੇ ਹੋ, ਹੈ ਨਾ। ਕਈ ਵਾਰ ਅਸੀਂ ਉਸ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਅੱਗੇ ਖੜ੍ਹ ਕੇ $10 ਕਈ ਵਾਰ ਨਾ ਜਵੰਦਾ ਸਾਹਿਬ ਜਦੋਂ ਕਿਸੇ ਦੇ ਹੱਥ ਦੇ ਵਿੱਚ ਦੁੱਧ ਦੇ 2 ਬੈਗ ਫੜੇ ਹੋਣ ਜਾਂ ਆਟੇ ਦਾ ਬੈਗ ਫੜਿਆ ਹੋਵੇ ਨਾ, ਤੇ ਜਿਵੇਂ ਭੂਆ ਪਿੰਡ ਮਾਮਾ ਬਿਸਕੁਟਾਂ ਦਾ ਪਹਿਲਾਂ ਪੀਪਾ ਲੈ ਕੇ ਜਾਂਦਾ ਹੁੰਦਾ, ਸਾਰੀ ਗਲੀ ਦੇ ਵਿੱਚ ਇੱਧਰ ਉੱਧਰ ਹੁੰਦਾ ਸੀਗਾ। ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਦਾਂ ਉਹ ਦੁੱਧ ਦੇ ਬੈਗ ਫੜ ਕੇ ਤੇ ਆਟੇ ਦਾ ਬੈਗ ਇੱਕ ਫੜ ਕੇ ਮਤਲਬ ਇੱਦਾਂ ਜਾਂਦੇ ਹੁੰਦੇ ਅਸੀਂ, ਹੈ ਨਾ। ਸੋ ਸੱਚੀ ਜਿਹੜੀਆਂ ਗੱਲਾਂ 'ਚ ਨਾ ਲੋਕ ਦਿਖਾਵੇ 'ਚ ਕਈ ਵਾਰ ਪੈ ਜਾਂਦੇ ਆ। ਅਸੀਂ ਜਿੱਥੋਂ ਮੰਗਣਾ ਹੈ ਉਸ ਵਾਹਿਗੁਰੂ ਅੱਲਾ ਜੋ ਵੀ ਹੈ ਜੀ, ਹੈ ਨਾ, ਸਾਡੀ ਜਿਹੜੀ ਅੰਦਰਲੀ ਕੀ ਆ, ਕਿੰਨਾ ਕੁ ਅਸੀਂ ਉਸ ਚੀਜ਼ ਨਾਲ ਜੁੜਦੇ ਹਾਂ ਬਾਈ ਜੀ, ਹੈ ਨਾ। ਕੀ ਅਸੀਂ ਲੋਕ ਦਿਖਾਵਾ ਕਰਦੇ ਹਾਂ, ਦਿਖਾਉਣ ਲਈ ਕਰਦੇ ਹਾਂ, ਵੱਧ ਡਾਲਰ ਮੱਥਾ ਟੇਕਦੇ ਹਾਂ, ਰੁਪਈਏ ਮੱਥਾ ਟੇਕਦੇ ਹਾਂ, ਜਾਂ ਸੱਚੀ ਮੁੱਚੀ ਅਸੀਂ ਸਤਿਕਾਰ ਕਰਦੇ ਹਾਂ। ਤੇ ਜਦੋਂ ਅੰਦਰੋਂ ਆਵਾਜ਼ ਨਿਕਲਦੀ ਹੈ ਨਾ, ਫਿਰ ਉਹ ਰੱਬੀ ਰੂਹਾਂ ਉਹ ਤਾਂ ਆਮ ਤੁਰੀਆਂ ਫਿਰਦੀਆਂ ਜੀ। ਹਾਂਜੀ, ਬਿਲਕੁਲ ਠੀਕ ਹੈ ਜੀ। ਤੁਸੀਂ ਐਕਚੁਅਲੀ ਜਿਹੜਾ ਪ੍ਰੈਜ਼ੈਂਟ ਮਨੁੱਖੀ ਵਰਤਾਰਾ ਨੇ ਉਹ ਜਿਹੜਾ ਕਰੈਕਟਰ ਤੇ ਰੈਪੂਟੇਸ਼ਨ ਜਿਹੜੀ ਹੈ ਨਾ ਜੀ, ਤੇ ਰੈਪੂਟੇਸ਼ਨ ਦੇ ਵਿੱਚ ਉਹ ਉਲਝ ਕੇ ਰਹਿ ਗਿਆ ਹੈ। ਰੈਪੂਟੇਸ਼ਨ ਕੀ ਹੁੰਦੀ ਕਿ ਬਰਾੜ ਸਾਹਿਬ ਬਾਰੇ ਟੋਰਾਂਟੋ ਦੇ ਲੋਕ ਕੀ ਸਮਝਦੇ ਆ ਜੀ, ਔਰ ਕਰੈਕਟਰ ਬਰਾੜ ਸਾਹਿਬ ਦਾ ਇਹ ਹੈ ਕਿ ਤੁਸੀਂ ਜਦੋਂ ਇਕੱਲੇ ਹੋ, ਜਦੋਂ ਤੁਹਾਨੂੰ ਕੋਈ ਵਾਚ ਨਹੀਂ ਕਰਦਾ, ਉਦੋਂ ਤੁਸੀਂ ਕਿਸ ਤਰ੍ਹਾਂ ਬਿਹੇਵ ਕਰਦੇ ਹੋ। ਬਿਲਕੁਲ ਸਹੀ ਗੱਲ ਹੈ। ਬਿਲਡਅਪ ਤੇ ਜ਼ਿਆਦਾ ਜ਼ੋਰ ਪੈ ਗਿਆ ਤੇ ਕਰੈਕਟਰ ਬਿਲਡਅਪ ਜਿਹੜੀ ਹੈ ਉਹ ਢੇਰੀ ਹੁੰਦਾ ਜਾ ਰਿਹਾ ਹੈ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਚੀਜ਼ ਜਿਹੜੀ ਹੈ ਨਾ, ਇਹ ਤੁਹਾਨੂੰ ਅਗਰ ਤੁਸੀਂ ਰੈਪੂਟੇਸ਼ਨ ਕਿਸੇ ਤਰ੍ਹਾਂ ਦੀ ਬਣਾ ਵੀ ਲੈਂਦੇ ਹੋ, ਵਧੀਆ ਵੀ ਬਣਾ ਲੈਂਦੇ ਹੋ, ਲੇਕਿਨ ਕਰੈਕਟਰ ਜਿਹੜਾ ਉਹ ਤੁਹਾਡਾ ਰੱਬ ਦੀ ਦਰਗਾਹ 'ਚ ਉਹ ਹੀ ਐਕਸੈਪਟ ਹੋਣਾ ਹੈ, ਉਹ ਹੀ ਤੁਹਾਡਾ ਚੱਲਣਾ ਹੈ ਜੀ। ਜਵੰਦਰ ਸਾਹਿਬ ਸੌਰੀ, ਇੱਕ ਕਾਲਰ ਸੀਗੇ ਆਪਣੇ ਨਾਲ ਕੱਟੀ ਗਈ ਕਾਲ, ਤੇ ਮੈਨੂੰ ਤਾਂ ਇਹ ਲੱਗਦਾ ਸ਼ਾਇਦ ਕਈ ਵਾਰ ਆਪਾਂ ਨੂੰ ਸੁਣਦੇ ਵੀ ਹੈ ਨਹੀਂ ਗੇ। ਦੁਬਾਰਾ ਕਾਲ ਕਰਿਓ ਜੀ, ਮੈਂ ਕੋਸ਼ਿਸ਼ ਕਰੂੰਗਾ ਤੁਹਾਡੀ ਕਾਲ ਆਪਾਂ ਰਾਈਟ ਵੇ ਔਨ ਏਅਰ ਕਰੀ ਜਾਵੇ। 905 673 9700 ਸਕਰੀਨ ਤੇ ਵੀ ਨੰਬਰ ਆ ਰਿਹਾ ਜੀ ਜਵੰਦਰ ਸਾਹਿਬ। ਹਾਂਜੀ, ਸੋ ਕਰੈਕਟਰ ਬਿਲਡਅਪ ਤੇ ਜ਼ੋਰ ਦੇਣਾ ਚਾਹੀਦਾ ਹੈ, ਔਰ ਸਾਡੇ ਜਿਹੜੇ ਬੱਚੇ ਨੇ ਨੈਕਸਟ ਜਨਰੇਸ਼ਨ ਹੈ ਉਹਨਾਂ ਨੂੰ ਵੀ ਕਰੈਕਟਰ ਬਿਲਡਅਪ ਬਾਰੇ ਦੱਸਣਾ ਚਾਹੀਦਾ ਕਿ ਕਰੈਕਟਰ ਕਿੱਦਾਂ ਬਣਾਉਣਾ ਹੈਗਾ, ਨਾ ਕਿ ਰੈਪੂਟੇਸ਼ਨ ਨੋ ਡਾਊਟ ਜ਼ਿਆਦਾ ਹੈਗੀ, ਉਹਦੀ ਇੰਪੋਰਟੈਂਸ ਹੈਗੀ ਹੈ ਜੀ, ਬਿਲਡਅਪ ਤੇ ਵੀ ਜ਼ੋਰ ਦੇਣਾ ਚਾਹੀਦਾ ਹੈਗਾ। ਔਰ ਤੁਸੀਂ ਮੈਨੂੰ ਅਲਾਓ ਕਰੋਗੇ ਕਿ ਜਿਹੜਾ ਉਹ ਮਾਨਸਿਕਤਾ ਹੈ ਨਾ, ਜਦੋਂ ਤੁਸੀਂ ਇਹ ਸਮਝਦੇ ਹੋ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਹੈ ਜੀ ਕਿਸੇ, ਉਹ ਮਾਨਸਿਕਤਾ ਹਰ ਇੱਕ ਤੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਟਾਈਮ ਤੇ ਭਾਰੀ ਜ਼ਰੂਰ ਹੁੰਦੀ ਹੈ। ਉਸ ਨੂੰ ਇਹ ਲੱਗਦਾ ਹੈ ਕਿ ਮੇਰੇ ਵਾਸਤੇ ਸਭ ਕੁਝ ਖਤਮ ਹੋ ਗਿਆ ਜੀ ਜੀ ਜੀ। ਜਵੰਦਰ ਸਾਹਿਬ ਕਾਲਰ ਆ ਗਏ ਆ, ਤੇ ਆਪਾਂ 1-2 ਕੋਸ਼ਿਸ਼ ਕਰਦੇ ਹਾਂ, ਕਾਲ ਆਨਰ ਕਰਦੇ ਹਾਂ। ਇੱਕ ਕਾਲ ਕੱਟੀ ਗਈ ਸੀ, ਤੁਸੀਂ ਵੀ ਦੁਬਾਰਾ ਕਾਲ ਕਰੋ, ਔਰ ਜਦੋਂ ਕਾਲ ਕਰਦੇ ਹੋ ਥੋੜਾ ਜਿਹਾ ਹੋਲਡ ਜ਼ਰੂਰ ਕਰ ਦਿਆ ਕਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਆਵਾਜ਼ ਆ ਰਹੀ ਹੈ ਜੀ ਮੇਰੀ? ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸੋ ਮੈਨੂੰ ਲੱਗਦਾ ਇੱਦਾਂ ਕਰਿਓ, ਤੁਸੀਂ ਦੁਬਾਰਾ ਕਾਲ ਕਰਿਓ, ਕੋਈ ਗੜਬੜ ਲੱਗਦੀ ਆ। 905 673 9700। ਜਵੰਦਰ ਸਾਹਿਬ ਕਈ ਵਾਰ ਨਾ ਕੋਈ ਗੜਬੜ ਹੋ ਜਾਂਦੀ ਆ ਫੋਨ ਦੇ ਵਿੱਚ, ਤੇ ਮੈਂ ਚਾਹੁੰਦਾ ਹੁੰਦਾ ਕਿ ਜਦੋਂ ਨਾ ਉਹ ਕਹਿੰਦੇ ਹੁੰਦੇ ਸੋਨੇ ਤੇ ਸੁਹਾਗੇ ਵਾਲੀ ਗੱਲ, ਹੈ ਨਾ, ਇੱਕ ਤਾਂ ਥੋੜ੍ਹਾ ਜਿਹਾ ਹੌਸਲਾ ਹੁੰਦਾ ਹੈ
ਕਿ ਭਾਈ ਆਪਾਂ ਨੂੰ ਕੋਈ ਦੇਖ ਰਹੇ ਆ, ਤੇ ਇੱਕ ਫਿਰ ਜਦੋਂ ਜਿਹੜੇ ਦੇਖ ਰਹੇ ਆ ਉਹਨਾਂ ਦੇ ਜਿਹੜੇ ਕਈ ਵਾਰ ਵਿਚਾਰ ਹੁੰਦੇ ਨਾ ਵੱਖਰੇ ਜਿਹੇ ਹੁੰਦੇ ਆ। ਜਿਵੇਂ ਦੱਸੋ ਮੈਨੂੰ ਬਾਅਦ 'ਚ ਕਾਲ ਆਉਂਦੀ ਆ, ਕਹਿਣਗੇ ਕਿ ਯਾਰ ਇੱਥੇ ਗੱਲ ਕਰਨੀ ਚਾਹੁੰਦੀ, ਮੈਂ ਕਿਹਾ ਉੱਥੇ ਮੌਕੇ 'ਤੇ ਜਿਹੜੀ ਗੱਲ ਹੋ ਜਾਂਦੀ ਹੈ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ। ਕਹਿੰਦੀ ਲਓ ਜੀ ਆਪਾਂ ਕਰੀਏ ਕਾਲ ਉਹਨਾਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਤੇ ਜਵੰਦਰ ਸਾਹਿਬ ਜੀ। ਜੀ ਆਇਆਂ ਨੂੰ ਢੀਂਡਸਾ ਸਾਹਿਬ ਜੀ। ਜਵੰਦਰ ਸਾਹਿਬ ਆਨੰਦ ਲਿਆ ਤਾਂ ਅੱਜ ਤੁਸੀਂ ਕਹਾਣੀ ਸੁਣਾ ਕੇ। ਮੇਰੀ ਇੱਕ ਸਿਰਫ ਬੇਨਤੀ ਹੈ ਤੁਹਾਨੂੰ ਕਿ ਇਹ ਜਿਹੜੀ ਕਹਾਣੀ ਆ ਨਾ, ਇਹ ਪੰਜਾਬ ਦੇ ਕੱਲੇ ਮਿਨਿਸਟਰ ਨੂੰ, ਜਵੰਦਰ ਸਾਹਿਬ, ਇਹ ਪੰਜਾਬ ਦੇ ਕੱਲੇ ਮਿਨਿਸਟਰ ਨੂੰ ਜੀ ਤੇ ਕੱਲੇ MLA ਨੂੰ ਇਹ ਜ਼ਰੂਰ ਇਹਦੀ ਕਾਪੀ ਇੱਕ ਭੇਜਿਓ ਤਾਂ ਕਿ ਉਹਨਾਂ ਦਾ ਵੀ ਕੁਝ ਕਰੈਕਟਰ ਬਿਲਡਅਪ ਹੋਣ। ਮੇਰੀ ਇੱਕ ਤੁਹਾਨੂੰ ਬਹੁਤ ਪਰਜ਼ੋਰ ਬੇਨਤੀ ਆ। ਠੀਕ ਹੈ, ਤੁਸੀਂ ਥੋੜਾ ਜਿਹਾ ਬ੍ਰੇਕਅਪ ਕਰ ਰਹੇ ਹੋ, ਮੇਰੇ ਖਿਆਲ ਸ਼ਾਇਦ ਮੈਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਮੈਂ ਤੁਹਾਨੂੰ ਦੱਸਦਾ ਜੀ, ਬਹੁਤ ਮਿਹਰਬਾਨੀ ਢੀਂਡਸਾ ਸਾਹਿਬ ਕਹਿੰਦੇ ਜਵੰਦਰ ਸਾਹਿਬ ਕਿ ਇਹ ਕਹਾਣੀ ਆ ਨਾ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ। ਕੋਈ ਤਰੀਕਾ ਹੋਵੇ। ਬਿਲਕੁਲ ਜੀ, ਉਹ ਕਿਹਨੇ ਪਹੁੰਚਾਉਣੀ ਆ? ਦੇਖੋ ਆਵਾਜ਼ ਦੇ ਜ਼ਰੀਏ ਵੀ ਤੁਹਾਡੇ ਕੋਲ ਆ ਗਈ ਹੁਣ ਇਹ, ਤੇ ਉਸ ਤੋਂ ਬਾਅਦ ਲਿਖਤ ਦੇ ਜ਼ਰੀਏ ਵੀ ਜਵੰਦਰ ਸਾਹਿਬ ਦੀ ਤੁਸੀਂ ਫੇਸਬੁੱਕ ID ਤੋਂ ਲੈ ਸਕਦੇ ਹੋ। ਤੇ ਅੱਗੇ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇੱਦਾਂ ਦੀਆਂ ਜਿਹੜੀਆਂ ਕਹਾਣੀਆਂ ਜਾਂ ਤੁਹਾਡੇ ਨਾਲ ਕੋਈ ਇੱਦਾਂ ਦੀ ਹੱਡ ਬੀਤੀ ਆ ਉਹ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਸ਼ੇਅਰ ਕਰੀਏ। ਔਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ ਹਮੇਸ਼ਾ ਹੀ ਹੁੰਦੀਆਂ ਰਹਿਣੀਆਂ ਚਾਹੀਦੀਆਂ, ਨਾ ਕਿ ਲਿਖਤੀ ਤੇ ਉਸ ਤੋਂ ਬਾਅਦ ਖਤਮ ਹੁੰਦੀਆਂ ਰਹਿਣੀਆਂ ਚਾਹੀਦੀਆਂ, ਰਿਪੀਟ ਹੁੰਦੀਆਂ ਰਹਿਣੀਆਂ ਚਾਹੀਦੀਆਂ। ਜੀ ਜਵੰਦਰ ਸਾਹਿਬ। ਹਾਂਜੀ, ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇੱਕ ਸਾਰਥਕ ਜਿਹੜੀ ਲਿਖਤ ਹੈ ਉਹ ਕਿੰਨਾ ਇਫੈਕਟਿਵ ਹੁੰਦੀ ਹੈ। ਮੈਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਤੁਹਾਨੂੰ ਜੀ ਕਿ ਸਾਡੇ ਵਾਸਤੇ ਇਹ ਤੇ ਨਹੀਂ ਹੈ ਕਿ ਆਪਾਂ ਕਿਸੇ ਨੂੰ ਜ਼ਿੰਦਗੀ ਕੋਈ ਜੀਵ ਪੈਦਾ ਕਰ ਸਕੀਏ ਰੱਬ ਵਾਂਗੂ, ਪਰਮਾਤਮਾ ਵਾਂਗੂ, ਪਰ ਆਪਾਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚਾ ਸਕਦੇ ਹਾਂ ਜੀ। ਮੈਂ ਇੱਕ ਸੁਸਾਈਡ ਤੇ ਇੱਕ ਵਾਰਤਕ ਲਿਖਿਆ ਸੀ ਤੇ ਉਸ ਵਾਰਤਕ ਤੋਂ ਬਾਅਦ ਮੈਨੂੰ ਇੱਕ ਮੈਸੇਜ ਆਇਆ। ਸਾਡੇ ਘਰੇ ਕਾਫੀ ਜ਼ਿਆਦਾ ਕਲੇਸ਼ ਪਿਆ ਸੀ ਤੇ ਮੈਂ ਇਸ ਤਰ੍ਹਾਂ ਹੀ ਸਾਡੇ ਘਰ ਦੇ ਲਾਗੇ ਲਾਈਨ ਸੀ, ਰੇਲਵੇ ਟਰੈਕ ਸੀ, ਉੱਥੇ ਚਲਾ ਗਿਆ ਕਿ ਅੱਜ ਕਹਾਣੀ ਖਤਮ ਕਰ ਦੇਣੀ ਹੈ। ਪਰ ਉਹ ਅਚਾਨਕ ਤੁਹਾਡਾ ਪੜ੍ਹ ਲਿਆ, ਤੁਹਾਡੀ ਜਿਹੜੀ ਸਟੋਰੀ ਹੈ ਉਹ ਪਹਿਲਾਂ ਆ ਗਈ ਤੇ ਗੱਡੀ ਜਿਹੜੀ ਥੋੜੀ ਜਿਹੀ ਲੇਟ ਹੋ ਗਈ। ਸੋ ਮੈਨੂੰ ਉਸ ਦਿਨ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਕਿ ਜਦੋਂ ਲਿਖਣਾ ਸ਼ੁਰੂ ਕੀਤਾ ਸੀ ਮੈਂ ਐਜ਼ ਐਨ ਐਕਸਪੈਰੀਮੈਂਟ ਸ਼ੁਰੂ ਕੀਤਾ ਸੀ ਕਿ ਮੈਂ ਤਜਰਬਾ ਕਰਕੇ ਦੇਖਦੀ ਹਾਂ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਮੇਰਾ ਸ਼ੌਕ ਬਣ ਗਿਆ ਕਿ ਮੈਨੂੰ ਰੈਪੀਟੀਸ਼ਨ ਬੇਸਿਸ ਤੇ ਮੈਨੂੰ ਕਹਾਣੀਆਂ ਮਿਲਦੀਆਂ ਗਈਆਂ, ਮੈਂ ਉਹਨਾਂ ਨੂੰ ਆਪਣੇ ਸ਼ਬਦਾਂ 'ਚ ਕਨਵਰਟ ਕਰਦਾ ਗਿਆ ਜੀ। ਉਸ ਤੋਂ ਬਾਅਦ ਜਦੋਂ ਮੈਂ ਇਸ ਤਰ੍ਹਾਂ ਦੀਆਂ ਮੈਨੂੰ ਲੋਕ ਕਰਨ ਲੱਗੇ ਤੇ ਫਿਰ ਮੈਨੂੰ ਲੱਗਾ ਕਿ ਹੁਣ ਰਿਸਪੌਂਸਿਬਿਲਿਟੀ ਬਣ ਗਈ ਹੈ। ਸੋ ਰਿਸਪੌਂਸਿਬਿਲਿਟੀ ਜਿਹੜੀ ਲਿਖਣਾ ਇੱਕ ਰਿਸਪੌਂਸਿਬਿਲਿਟੀ, ਜਦੋਂ ਐਜ਼ ਏ ਰਿਸਪੌਂਸਿਬਿਲਿਟੀ ਤੁਸੀਂ ਲੈਂਦੇ ਹੋ ਜੀ, ਉਦੋਂ ਫਿਰ ਇੱਕ ਤੁਹਾਡਾ ਟਾਈਮ ਵੀ ਨਿਕਲ ਆਉਂਦਾ ਹੈ, ਤੁਹਾਡੇ ਕੋਲ ਸਮਾਂ ਵੀ ਹੋ ਜਾਂਦਾ, ਫਿਰ ਤੁਹਾਡੇ ਕੋਲ ਤੁਸੀਂ ਇੱਕ ਮਾਹੌਲ ਵੀ ਕ੍ਰੀਏਟ ਹੋ ਜਾਂਦਾ ਤੁਹਾਡੇ ਕੋਲ ਕਿ ਮੈਂ ਕੁਝ ਲਿਖਣਾ ਹੈ। ਸੋ ਐਜ਼ ਏ ਜ਼ਿੰਮੇਵਾਰੀ ਸਮਝ ਕੇ ਮੇਰੇ ਖਿਆਲ 'ਚ ਹਰ ਬੰਦੇ ਨੂੰ ਕੁਛ ਨਾ ਕੁਛ ਸੋਸਾਇਟੀ ਨੂੰ ਪੇ ਬੈਕ ਜ਼ਰੂਰ ਕਰਦੇ ਰਹਿਣਾ ਚਾਹੀਦਾ। ਇਹ ਸਾਡੀ ਮੋਰਲ ਡਿਊਟੀ ਹੈ ਤੇ ਗੁਰੂਆਂ ਨੇ ਵੀ ਸਾਨੂੰ ਕਿਹਾ ਹੋਇਆ ਕਿ ਜ਼ਰੂਰ ਤੁਸੀਂ ਪੇ ਬੈਕ ਕਰੋ, ਮਾਨਵਤਾ ਦੀ ਜਿਹੜੀ ਭਲਾਈ ਵਾਸਤੇ ਕੁਛ ਨਾ ਕੁਛ ਕਰਦੇ ਰਹੋ। ਸੋ ਇਹ ਮੇਰੇ ਲਿਖਣ ਦਾ ਜਿਹੜਾ ਮੋਟੀਵੇਸ਼ਨ ਹੈ ਇਹਨਾਂ ਚੀਜ਼ਾਂ ਤੋਂ ਮਿਲਦਾ ਹੈ ਕਿ ਲੋਕ ਕਾਲ ਕਰਕੇ ਫੀਡਬੈਕ ਦਿੰਦੇ ਆ ਜਦੋਂ, ਤੇ ਬੜਾ ਚੰਗਾ ਲੱਗਦਾ ਹੈਗਾ। ਤੇ ਚਲੋ ਉਹ ਇੱਕ ਕਹਾਣੀ ਸੀ ਨਾ ਛੋਟੀ ਜਿਹੀ ਕਿ ਇੱਕ ਬੱਚਾ ਸੀ ਤੇ ਉਹ ਜਾ ਰਿਹਾ ਸੀ ਕਿਤੇ ਬੀਚ ਦੇ ਉੱਪਰ ਜੀ, ਤੇ ਇੱਕ ਬਜ਼ੁਰਗ ਸਮੁੰਦਰ 'ਚ ਜਿਹੜੇ ਆਏ ਤੂਫਾਨ ਕਰਕੇ ਜਿਹੜੀਆਂ ਮੱਛੀਆਂ ਬਾਹਰ ਆ ਗਈਆਂ ਸੀ ਉਹਨਾਂ ਨੂੰ ਹੱਥ ਨਾਲ ਫੜ ਕੇ ਅੰਦਰ ਸੁੱਟ ਰਿਹਾ ਸੀ ਸਮੁੰਦਰ ਦੇ ਵਿੱਚ ਵਾਪਸ। ਤੇ ਉਹ ਬੱਚਾ ਕਹਿੰਦਾ ਕਿ ਇਹ ਕੀ ਕਰ ਰਹੇ ਹੋ? ਕਹਿੰਦੇ ਜੀ ਮੈਂ ਬੇਟਾ ਮੱਛੀਆਂ ਅੰਦਰ ਪਾ ਰਿਹਾ। ਤੇ ਕਹਿੰਦੇ ਇਹਦੇ ਨਾਲ ਕੋਈ ਫਰਕ ਤੇ ਪੈਣਾ ਨਹੀਂ ਕਿਉਂਕਿ ਮੱਛੀਆਂ ਤੇ ਹਜ਼ਾਰਾਂ ਕਿਲੋਮੀਟਰ ਤੱਕ ਬਾਹਰ ਆਈਆਂ ਹੋਈਆਂ ਨੇ। ਕਹਿੰਦੇ ਕਿ ਸਾਰਿਆਂ ਨੂੰ ਨਾ ਪਏ ਲੇਕਿਨ ਜਿਹੜੀ ਮੱਛੀ ਵਾਪਸ ਸਮੁੰਦਰ 'ਚ ਜਾਂਦੀ ਹੈ ਉਸ ਨੂੰ ਬਹੁਤ ਫਰਕ ਪਏਗਾ, ਠੀਕ ਹੈ ਜੀ। ਸੋ ਅਗਰ ਤੁਸੀਂ ਇਨਸਾਨ ਦੀ ਜ਼ਿੰਦਗੀ ਬਦਲ ਸਕੋ ਤਾਂ ਬਹੁਤ ਫਰਕ ਪੈਂਦਾ ਹੈ ਜੀ। ਬਿਲਕੁਲ ਜਵੰਦਰ ਸਾਹਿਬ, ਬਿਲਕੁਲ। ਖਾਸ ਕਰਕੇ ਦੋਸਤੋ ਮੈਂ ਜ਼ਰੂਰ ਕਹੂੰਗਾ ਇਹ ਕਹਾਣੀ ਤੁਸੀਂ ਜ਼ਰੂਰ ਸ਼ੇਅਰ ਕਰਨੀ ਆ, ਕਿਉਂਕਿ ਇਹੋ ਜਿਹਾ ਸਮਾਂ ਜਿਹੜੇ ਉਸ ਇਨਸਾਨ 'ਤੇ ਆਇਆ ਸੀਗਾ ਜਿਹੜਾ ਕਹਿੰਦੇ ਨੇ 20-25 ਸਾਲ ਪਹਿਲਾਂ
ਜਿੱਤੇ ਟਾਈਮ ਆਇਆ ਸੀ ਉਹ ਅੱਜ ਕਿਸੇ ਹੋਰ ਤੇ ਹੋ ਸਕਦਾ ਹੈ। ਜਵੰਦਾ ਸਾਹਿਬ ਆਪਣੇ 'ਚ ਹੋਈ ਹੈ ਇੱਥੇ ਟੋਰਾਂਟੋ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੀ ਇੰਟਰਨੈਸ਼ਨਲ ਸਟੂਡੈਂਟ ਟੋਰਾਂਟੋ ਦੇ ਵਿੱਚ ਇੱਕ ਇੱਦਾਂ ਹੀ ਟ੍ਰੇਨ ਮੂਹਰੇ ਆ ਕੇ ਮਤਲਬ ਉਹਨੇ ਸੁਸਾਈਡ ਕਰ ਲਿਆ ਹੈ ਨਾ। ਤੇ ਇੱਦਾਂ ਪਤਾ ਨਹੀਂ ਹੁੰਦਾ ਜੀ ਕਿਹੜੇ ਸਮੇਂ ਤੇ ਕਿਹੜੀ ਗੱਲ ਬੰਦੇ ਦੇ ਦਿਮਾਗ 'ਚ ਵੜ ਜਾਂਦੀ ਆ। ਔਰ ਉਹੀ ਗੱਲ ਇੱਕ ਵੀ ਬੰਦਾ ਕਿਤੇ ਚੇਂਜ ਹੋ ਜੇ ਜਵੰਦਾ ਸਾਹਿਬ, ਉਹ ਟਾਈਮ ਹੁੰਦਾ, ਸਮਾਂ ਹੁੰਦਾ, ਜਿਹੜਾ ਮਾੜਾ ਸਮਾਂ ਆਉਂਦਾ ਹੁੰਦਾ ਨਾ ਉਹਨੂੰ ਲੰਘਾਉਣਾ ਹੁੰਦਾ। ਉਹ ਇੱਦਾਂ ਦੀ ਚੀਜ਼ ਪੜ੍ਹ ਕੇ ਆਪਾਂ ਮੋਟੀਵੇਟ ਹੋ ਕੇ ਬੜਾ ਕੁਛ ਉਹ ਤੋਂ ਚੇਂਜ ਹੋ ਜਾਂਦਾ। ਤੇ ਫਿਰ ਉਹ ਜਿਵੇਂ ਬਾਈ ਜੀ ਨੇ ਕਹਾਣੀ ਤੁਹਾਨੂੰ ਦੱਸੀ 20 ਸਾਲ ਬਾਅਦ, ਉੱਦਾਂ ਉਹ ਕਹਾਣੀਆਂ ਬਣਦੀਆਂ ਤੇ ਉਹਦੇ ਨਾਲ ਬੜਾ ਕੁਛ ਚੇਂਜ ਹੁੰਦਾ। ਕਿੰਨਾ ਕੁਛ ਹੀ ਦੇਖੋ ਉਹਦੀ ਜ਼ਿੰਦਗੀ 'ਚ ਕਿੱਥੇ ਆ ਉਹ ਬੰਦਾ ਬੈਠਾ। ਜ਼ਰੂਰੀ ਨਹੀਂ ਕਿ ਕਿਸੇ ਚੀਜ਼ 'ਚ ਅਸੀਂ ਫੇਲ ਹੋ ਜਾਂਦੇ ਹਾਂ, ਠੀਕ ਹੈ, ਉਹ ਐਂਡ ਹੋ ਗਿਆ, ਉਹ ਐਂਡ ਨਹੀਂ ਹੈਗਾ ਗਾ ਹੈ ਨਾ। ਉਸ ਤੋਂ ਲਰਨ ਕਰਕੇ ਮੈਨੂੰ ਲੱਗਦਾ ਜ਼ਿਆਦਾ ਸਟਰੋਂਗ ਹੁੰਦਾ ਬੰਦਾ। ਸਾਨੂੰ ਸਟਰੋਂਗ ਹੋਣ ਦੀ ਜ਼ਰੂਰਤ ਹੈਗੀ ਆ। ਜਵੰਦਾ ਸਾਹਿਬ ਸਮਾਪਤੀ ਕਰੀਏ, ਅਖੀਰ 'ਚ ਕੁਛ ਕਹਿਣਾ ਚਾਹੁੰਦੇ ਹੋ, ਫਿਰ ਆਪਾਂ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰਨੀ ਆਪਾਂ ਜੀ। ਉਹ ਚੀਜ਼ ਰਿਪੀਟ ਕਰਾਂਗਾ ਜੀ ਕਿ ਇੱਕ ਮੂਮੈਂਟ ਜਿਹੜੀ ਹੈ, ਇੱਕ ਛਿਣ ਜਿਹੜਾ ਇੱਕ ਸੈਕਿੰਡ ਜਾਂ ਇੱਕ ਘੰਟਾ ਇੱਕ ਦਿਨ ਮਾੜਾ ਹੋ ਸਕਦਾ, ਸਾਰੀ ਜ਼ਿੰਦਗੀ ਕਦੀ ਮਾੜੀ ਨਹੀਂ ਹੁੰਦੀ ਜੀ। ਚੜ੍ਹਦੀ ਕਲਾ 'ਚ ਰਹੋ, ਤੁਸੀਂ ਆਪਣੇ ਦੋਸਤਾਂ ਨਾਲ ਆਪਣਾ ਹੱਸੋ ਖੇਡੋ, ਆਪਣਾ ਦਿਲ ਫਰੋਲੋ। ਉਹ ਕਹਿੰਦੇ ਸੀ ਨਾ ਕਿ ਅਗਰ ਆਪਣਾ ਦਿਲ ਜਿਹੜਾ ਉਹ ਦੋਸਤਾਂ ਨਾਲ ਫਰੋਲਿਆ ਹੁੰਦਾ ਤੇ ਉਹਨੂੰ ਖੋਲ ਕੇ ਨਾ ਵੇਖਣਾ ਪੈਂਦਾ। ਸੋ ਇਹ ਬੜਾ ਜ਼ਰੂਰੀ, ਆਪਣੇ ਅੰਦਰ ਕੁੱਟ ਕੁੱਟ ਕੇ ਰਹਿਣ ਨਾਲੋਂ ਬੈਟਰ ਹੈ ਆਪਣੇ ਜਿਹੜੇ ਮਿੱਤਰ ਪਿਆਰੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰੋ, ਇਹਨਾਂ ਬਹੁਤ ਫਰਕ ਪਏਗਾ ਜੀ। ਖੁੱਲੀ ਹਵਾ ਕੁਦਰਤ ਨੂੰ ਮੰਨ ਇਹਨਾਂ ਗੱਲ ਜੀ। ਦੋਸਤੋ ਹੁਣ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਹੋਇਆ ਤੇ ਬ੍ਰੇਕ ਤੋਂ ਬਾਅਦ ਹਰਪ੍ਰੀਤ ਜਵੰਦਾ ਸਾਹਿਬ ਨਾਲ ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰਾਂਗੇ ਤੇ ਨਾਲ ਥੋੜੀ ਜਿਹੀ ਗੱਲਬਾਤ ਮੈਂ ਰੀਅਲ ਸਟੇਟ ਦੀ ਜ਼ਰੂਰ ਕਰਨੀ ਆ, ਕਿਉਂਕਿ ਕੱਲ ਮੇਰੀ ਇੱਕ ਸੱਜਣ ਮਿੱਤਰ ਨਾਲ ਗੱਲ ਹੋਈ ਸੀਗੀ ਰੀਅਲ ਸਟੇਟ ਬਾਰੇ ਤੇ ਉਹ ਮੇਰੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਤੇ ਜਵੰਦਾ ਸਾਹਿਬ ਨਾਲ ਮੇਰੀ ਆਫ ਏਅਰ ਗੱਲਬਾਤ ਹੋਈ ਸੀ। ਮੈਂ ਚਾਹੁੰਦਾ ਆਪਾਂ ਤੁਹਾਡੇ ਨਾਲ ਵੀ ਉਹ ਸ਼ੇਅਰ ਕਰਾਂਗੇ ਪਾਰਟ 2 ਦੇ ਵਿੱਚ। ਤੇ ਤੁਹਾਡੇ ਕੋਲੇ ਕੋਈ ਤੁਹਾਨੂੰ ਲੱਗਦਾ ਇੱਦਾਂ ਦੀ ਕਹਾਣੀ ਹੈ ਜਿਹਨੂੰ ਜਵੰਦਾ ਸਾਹਿਬ ਆਪਣੀ ਕਲਮ ਦੇ ਨਾਲ ਪਰੋ ਕੇ ਵੱਖਰਾ ਜਿਹੇ ਤਰੀਕੇ ਨਾਲ ਪੇਸ਼ ਕਰਨ, ਜੋ ਇਹਨਾਂ ਦਾ ਇੱਕ ਵੱਖਰਾ ਅੰਦਾਜ਼ ਆ, ਤੇ ਫਿਰ ਉਹਦੇ ਤੋਂ ਆਪਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲ ਸਕਦਾ। ਜ਼ਰੂਰ ਤੁਸੀਂ ਸਕਰੀਨ ਤੇ ਨੰਬਰ ਜਵੰਦਾ ਸਾਹਿਬ ਦਾ ਆਉਣਾ ਹੁੰਦਾ, ਇਹਨਾਂ ਨੂੰ ਕਾਲ ਕਰਨੀ ਆ। ਇੱਕ ਛੋਟੀ ਜਿਹੀ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਅਸੀਂ ਹੁਣੇ ਗਏ ਜੀ, ਹੁਣੇ ਵਾਪਸ ਆਏ। ਸੁਖਦੀਪ ਕਾਲ ਨਹੀਂ ਦੋ ਆ ਰਹੀਆਂ ਸੀ, 2 ਕਾਲਾਂ ਦੀ ਆਵਾਜ਼ ਨਹੀਂ ਆ ਰਹੀ ਸੀ। ਅੱਛਾ, ਉਹਦੇ ਕਈ ਵਾਰ ਫਿਰ ਟੀਵੀ ਵਗੈਰਾ ਦੇਖਣ ਲੱਗ ਜਾਂਦੇ ਹੈ ਨਾ। ਠੀਕ ਹੈ, ਠੀਕ ਹੈ, ਨਹੀਂ ਠੀਕ ਹੋ ਗਿਆ। ਉਹ ਕਈ ਵਾਰ ਮੈਂ ਕਿਹਾ ਨਾ ਉਹ ਲੱਗ ਰਿਹਾ ਸੀਗਾ ਮੈਨੂੰ। ਠੀਕ ਹੈ, ਅੱਜ ਸਵੇਰ ਦਾ ਨਾ ਬਾਈ ਜੀ ਸਿਰ ਬਹੁਤ ਦੁਖ ਰਿਹਾ। ਅੱਛਾ ਅੱਛਾ, ਹਾਂ, ਕੱਲ ਅਸੀਂ ਸਾਡੀ ਐਨਵਰਸਰੀ ਸੀ ਕੱਲ ਜੀ, 18ਵੀਂ ਤੇ ਬੜੇ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਉੱਦਾਂ ਕੁਛ ਨਹੀਂ ਗਿਫਟ ਗੁਫਟ ਨਹੀਂ ਸ਼ੇਅਰ ਕਰਦੇ ਜੀ, ਅੱਜ ਤੱਕ ਨਹੀਂ ਕੀਤਾ ਕਦੇ ਹੈ ਨਾ। ਤੇ ਸ਼ਾਮ ਨੂੰ ਬੱਚਿਆਂ ਦੇ ਨਾਲ ਸੋਚਿਆ ਕਿ ਚਲੋ ਆਪਾਂ ਨਾ ਆਈਸਕ੍ਰੀਮ ਖਾ ਕੇ ਆਉਣੇ। ਇੱਕ ਬੜੀ ਮਤਲਬ ਨਾਮ ਦੱਸਿਆ ਰੋਲੀ ਪੋਲੀ ਕਾਊ। ਤੂੰ ਗਿਆ ਉੱਥੇ ਸੁਖਦੀਪ ਬਾਈ ਜੀ? ਉਹ ਕੀ ਆ, ਉਹ ਤੁਹਾਡੇ ਨਾ 4-5 ਉਹਨਾਂ ਨੇ ਬਣਾਏ ਵੇ ਆਪਣੇ, ਉਹ ਇਹ ਆਪਣੇ ਵੈਨਲੈਸ ਐਂਡ ਸੈਂਡਲ, ਵੈਨਲੈਸ ਐਂਡ ਨਹੀਂ ਵੈਨਲੈਸ ਐਂਡ ਚਿੰਗੂ ਜੀ ਤੇ, ਠੀਕ ਹੈ। ਤੇ ਉਹ ਜਵੰਦਾ ਸਾਹਿਬ ਕੀ ਆ ਤੁਹਾਡੇ ਸਾਹਮਣੇ ਜਿਹੜੀ ਤੁਸੀਂ ਬਣਾਉਣੀ ਆ ਨਾ ਉਹ ਆਈਸਕ੍ਰੀਮ, ਦੋਨੋਂ ਸਕਰੀਨ ਕਰਦੀ ਸਕਰੀਨ, ਫਿਰ ਲੱਗਦਾ ਕਿ ਸਾਹਮਣੇ ਗੱਲ ਹੁੰਦੀ ਆ। ਤੇ ਜਵੰਦਾ ਸਾਹਿਬ ਉਹ ਨਾ ਮਤਲਬ ਪਾ ਕੇ ਕੀ ਮਤਲਬ ਕਰੀਮ ਬਣਾਉਂਦੇ ਕੀ ਆ, ਤੇ ਉਹ ਤੁਹਾਡੇ ਸਾਹਮਣੇ ਉਹਨਾਂ ਨੇ ਲਾਏ ਵੇ ਸਟੇਸ਼ਨ ਹੈ ਨਾ। ਤੇ ਉਹ ਜਿਹੜੀ ਵੀ ਤੁਸੀਂ ਸਟ੍ਰਾਬੇਰੀ ਜਿਹੜੀ ਚਾਕਲੇਟ ਵਾਲੀ ਵੱਖਰੀ ਬਣਾਉਂਦੇ ਆ, ਤੇ ਉਹ ਤੁਹਾਡੇ ਸਾਹਮਣੇ ਕੱਪ ਦੇ ਵਿੱਚ ਉਹਦੇ ਤੇ ਪਾ ਲੈਂਦੇ ਆ ਜੀ। ਤੇ ਚਾਕਲੇਟ ਇੱਦਾਂ ਉਹ ਪੀਸ ਜੇ ਕੱਟ ਕੇ, ਤੇ ਫਿਰ ਇੱਦਾਂ ਉਹ ਜਿਵੇਂ ਆਪਣੀਆਂ ਪੇਂਟ ਵਾਲੀਆਂ ਨਹੀਂ ਹੁੰਦੀਆਂ ਉਹ ਇੱਕ ਤਿੱਖੀਆਂ ਜੀਆਂ, ਉਹਦੇ ਨਾਲ ਇੱਦਾਂ ਦਾ ਕਰਕੇ ਤੇ ਉਹਨੂੰ ਰੋਲ ਕਰਕੇ ਤੇ ਇੱਕ ਕੱਪ 'ਚ ਪਾ ਕੇ ਦਿੰਦੇ ਆ ਨਾ। ਤੇ ਪਰ ਉਹ ਇੰਨੀ ਜ਼ਿਆਦਾ ਹੁੰਦੀ ਆ ਨਾ, ਪਹਿਲਾਂ ਤਾਂ ਸਾਨੂੰ ਅੱਧਾ ਪੌਣਾ ਘੰਟਾ ਲੱਗਾ ਜੀ, ਲਾਈਨ ਅਪ ਇੰਨੀ ਲੰਮੀ ਹੁੰਦੀ ਆ ਉੱਥੇ ਹੈ ਨਾ। ਚਲੇ ਗਏ ਅੰਦਰ ਤੇ ਉਹ 5 ਬੱਚਿਆਂ ਦੇ ਨਾਲ ਸਾਰੇ ਗਏ ਤੇ ਉਹ ਲੈ ਲਏ, ਤੇ ਇੰਨੀ ਕੁ ਜ਼ਿਆਦਾ ਮਤਲਬ ਹੈਵੀ ਸੀ ਉਹ। ਜਾਂ ਵਿੱਚ ਮੈਂ ਅੱਛਾ ਰਾਬੜੀ ਵਾਲੀ ਬਣਾਈ, ਕੀ ਹੁੰਦਾ ਜੀ ਉਹਨੂੰ, ਰਾਬੜੀ ਕਹਿੰਦੇ ਨਾ, ਰਬੜੀ ਵਾਲੀ, ਤੇ ਉੱਤੇ ਪਵਾ ਲਈ ਜੀ ਜਲੇਬੀ। ਉਹ ਇੰਨੀ ਸਵਾਦ ਲੱਗੀ, ਖਾ ਗਿਆ, ਬਹੁਤ ਓਵਰ ਲੱਗੀ। ਫਿਰ ਵਾਈਫ ਤੋਂ ਖਾਧੀ ਨਾ ਜੀ, ਉਹ ਵੀ ਮੈਂ ਥੋੜ੍ਹੀ ਜਿਹੀ ਖਾ ਗਿਆ ਜੀ। ਫਿਰ ਕੁਛ ਜਵਾਕਾਂ ਨੇ ਛੱਡੀ, ਉਹ 'ਚੋਂ ਵੀ ਜੀ ਕੀਤਾ ਜੀ ਉਹਨੇ ਵਾਲਾ ਵੀ ਟੇਸਟ ਕਰ ਲਓ। ਤੇ ਉਹ ਮਤਲਬ ਇੰਨਾ ਜ਼ਿਆਦਾ ਓਵਰ ਹੋ ਗਿਆ ਨਾ ਕੰਮ, ਮੈਨੂੰ ਇਹ ਲੱਗਦਾ ਵੀ ਜਿਵੇਂ ਕੋਈ ਜ਼ਿਆਦਾ ਐਨਰਜੀ ਜੀ ਜ਼ਿਆਦਾ ਹੁੰਦੀ ਹੈ ਨਾ ਤੁਹਾਡੇ ਸਿਰ 'ਚ ਚੜ੍ਹਿਆ, ਉਹ ਚੀਜ਼ ਰਾਤ ਦੀ ਹੋ ਗਈ ਜੀ। ਅੱਛਾ, ਲੋਹੇ ਨੂੰ ਲੋਹੇ ਦੁਬਾਰਾ ਕੱਢ ਕੇ
ਪਰ ਮੈਂ ਤਾਂ ਵਾਈਫ ਨੂੰ ਕਹੀ, ਮੈਂ ਕਿਹਾ ਹੁਣ ਨਾ ਵੀ ਮੈਂ ਗਿਆ ਉਹ ਰੋਲੀ ਪੋਲੀ ਕਾਊ ਖਾਣ। ਨਾ ਦੇਖ ਲਓ ਕਿੰਨਾ ਕਰਦੇ ਨਾ ਹਨਾ। ਔਰ ਆਪਣਾ ਪੰਜਾਬੀ ਬਾਈ ਜੀ, ਪੰਜਾਬੀ ਸਟਾਈਲ ਆ ਉਹ। ਨਹੀਂ ਯਾਰ ਪਲੀਜ਼ ਨਾ ਦੱਸੀ। ਮੈਂ ਹੈ ਬੋਲਟਨ ਓਕੇ ਹਾਂ ਅੱਛਾ ਚਲੋ ਅੱਛਾ ਓਕੇ ਬੋਲਟਨ ਠੀਕ ਹੈ ਜਾਵਾਂਗੇ ਕਿਉਂਕਿ ਕਬੂਤਰਾਂ ਦੀ ਬਾਜੀ ਵੀ ਹੈ ਸਾਡੀ, ਆਪਣੀ ਕਬੂਤਰਾਂ ਦੀ ਬਾਜੀ ਕਰਾ ਰਹੇ ਹਾਂ ਬਾਈ ਜੀ ਆਪਾਂ। ਅੱਛਾ 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 ਇੰਡੀਆ ਸੇਮ ਇੰਡੀਆ ਚ ਕਬੂਤਰ ਨਹੀਂ ਉਡਾਉਂਦੇ ਹੁੰਦੇ ਬਾਈ ਜੀ। ਨਹੀਂ ਮੈਂ ਕਿਹਾ ਕਦੋਂ ਕਰਵਾ ਰਹੇ ਹੋ? ਇਸ ਵੀਕਐਂਡ ਤੇ ਜੀ ਸ਼ਨੀਵਾਰ ਨੂੰ। ਤੇ ਸੁਖਦੀਪ ਆਪਾਂ ਕਵਰ ਵੀ ਕਰਾਂਗੇ ਉਹਨੂੰ। ਸੌਰੀ ਅੱਛਾ ਜੀ ਮੈਂ ਕਿਹਾ ਖੁੱਲੀ ਜਗ੍ਹਾ ਜਾ ਕੇ ਕਰਦੇ ਹੋ? ਹਾਂਜੀ ਬਾਈ ਜੀ ਅਸੀਂ ਨਾ ਨਾਰਥ ਵਾਲੀ ਸਾਈਡ ਤੇ ਪਿੰਡ ਲੱਭੇ ਹੋਏ ਆ ਵੱਖਰੇ ਵੱਖਰੇ, ਜਿਵੇਂ ਇੰਡੀਆ 'ਚ ਪਿੰਡ ਹੁੰਦੇ ਛੋਟੇ ਜਿਹੇ ਜੀ ਹੈ ਨਾ, ਉੱਥੇ ਆਪਣੇ ਕਬੂਤਰ ਪੂਰੇ ਤਿਆਰ ਕੀਤੇ ਹੁੰਦੇ ਜੀ ਸਾਰਿਆਂ ਨੇ। ਕੋਈ ਤਕਰੀਬਨ 40+ ਹੋਣਗੇ ਜੀ ਕਬੂਤਰ। ਤੇ ਉੱਥੇ ਜਾ ਕੇ ਫਿਰ ਮਾਰਨਿੰਗ 5 ਵਜੇ ਅਸੀਂ ਛੱਡ ਦੇਣੇ ਆ ਜੀ ਉੱਥੋਂ ਪਿੰਡ ਦੇ ਵਿੱਚੋਂ ਮਿਡਲ ਜੇ ਕੋਈ ਥਾਂ ਦੇਖ ਲਈਦੀ ਆ, ਪਾਰਕ ਹੋਵੇ ਛੋਟਾ ਜਿਹਾ ਜਾਂ ਕੋਈ ਸਕੂਲ 'ਚ ਹੈ ਨਾ, ਤੇ ਉੱਥੋਂ ਉਡਾ ਦੇਣੇ ਆ ਬਾਈ ਜੀ। ਤੇ ਸਾਰਾ ਦਿਨ ਉਹਨਾਂ ਨੇ ਫਿਰ ਉਸ ਪਿੰਡ ਤੇ ਹੀ ਉੱਡਣਾ। ਅੱਛਾ ਸਾਰਾ ਦਿਨ ਪਿੰਡ ਤੇ? ਸਾਰਾ ਦਿਨ ਪਿੰਡ ਤੇ ਉੱਡਦੇ ਆ ਜੀ। ਕੁਛ ਜਿਹੜੇ ਹੁੰਦੇ ਆ ਕਈ ਵਾਰ ਉੱਪਰ ਚਲੇ ਜਾਂਦੇ ਆ, ਇੱਧਰ ਉੱਧਰ ਭੱਜ ਜਾਂਦੇ ਆ, ਕੁਛ ਥੱਕ ਜਾਂਦੇ ਆ ਉਹ ਬੈਠ ਜਾਂਦੇ ਆ ਹੈ ਨਾ, ਫਿਰ ਹਾਕ ਬੜਾ ਪੈਂਦਾ ਜੀ, ਉਹ ਪੈ ਜੀ ਉਹਨਾਂ ਨੂੰ ਬਿਠਾ ਜਾਂਦੇ ਆ। ਇੱਦਾਂ ਚੱਲਦਾ ਸਿਲਸਿਲਾ। ਤੇ ਤਕਰੀਬਨ 5 ਵਜੇ ਉਡਾ ਕੇ 8:30 ਵਜੇ ਅਸੀਂ ਉਹਨਾਂ ਨੂੰ ਕਹਿਣਾ ਕਿ ਸਿਗਨਲ ਲਾ ਦੇਣਾ ਭਾਈ ਹੁਣ ਜਿਹਦੇ ਹੈਗੇ ਆ ਸਾਨੂੰ ਦਿਖਾ ਦਿਓ, ਇਹ ਵਿਨਰ ਆ। ਅੱਛਾ ਫਿਰ ਉਹ ਜਿਹਨੇ ਜਿੱਤਣਾ ਉਹਨੂੰ ਇੱਕ ਸੋਨੇ ਦੀ ਚੇਨ ਦੇਣੀ ਆ। ਅੱਛਾ ਨਹੀਂ ਜਿਹੜਾ ਇੱਕ ਵਾਰੀ ਪੈਰ ਲਾ ਗਿਆ ਉਹ ਕੰਪੀਟੀਸ਼ਨ ਤੋਂ ਬਾਹਰ ਹੋਣਾ। ਨਹੀਂ ਇਹ ਤੁਹਾਨੂੰ ਨਾ ਇੱਕ ਟਾਈਮ ਹੁੰਦਾ ਸੁਖਦੀਪ, ਜਦੋਂ ਮਾਰਨਿੰਗ ਉਡਾਤਾ 5 ਵਜੇ, ਫਿਰ ਉਹਨਾਂ ਨੂੰ 8 ਵਜੇ ਸਾਰਿਆਂ ਨੂੰ ਦਿਖਾਉਣਾ ਵੀ ਮੇਰਾ ਆਪਣਾ ਆਪਣਾ ਕਬੂਤਰ ਦਿਖਾਓ। ਫਿਰ ਉਹ ਆਪਣਾ ਆਪਣਾ ਕਬੂਤਰ ਦਿਖਾਉਂਦੇ ਆ, ਮੇਰਾ ਉਹ ਫਿਰਦਾ ਮੇਰਾ ਉਹ ਫਿਰਦਾ। ਫਿਰ ਉਹ ਇੱਕ ਕਾਪੀ ਵਾਲੇ ਬੰਦੇ ਹੁੰਦੇ ਆ, ਉਹ ਕਹਿੰਦੇ ਆ ਕਿ ਯੈਸ ਟਿਕ ਟਿਕ। ਕੁਦਰਤ ਕਬੂਤਰਬਾਜ਼ ਘੱਟ ਤਕੜੇ ਵੀਰੇ, ਜਿਹੜੇ ਮਗਰ ਮਗਰ ਦੱਸ ਦਿੰਦੇ ਉਹ ਜਾਂਦਾ ਮੇਰਾ ਕਾਲੀ ਬਗਲ ਦਾ, ਉਹ ਜਾਂਦਾ ਮੇਰਾ ਸ਼ਾਖ ਆ ਬੱਚਾ। ਠੀਕ ਹੈ। ਇੱਦਾਂ ਜਿਹੜੇ ਦੂਸਰੇ ਬੰਦੇ ਹੁੰਦੇ ਉਹ ਆਰੇ ਕਬੂਤਰ ਦਿਖਾਓ, ਲਾਲ ਪੂਛ ਵਾਲਾ ਜਾਂਦਾ ਕਿ ਨਹੀਂ ਜਾਂਦਾ। ਜਾਏਗਾ ਨਾ ਇੱਕ ਵੱਖਰਾ ਨਾ ਹੁੰਦਾ ਟਾਈਮ ਕੱਢੀ। ਜੇ ਕੱਲ ਸ਼ਨੀਵਾਰ ਨੂੰ ਹੋਇਆ ਤੇ ਅਸੀਂ ਸਵੇਰੇ ਚਲੇ ਨਾ ਬਾਈ ਜੀ, ਉੱਥੇ ਪੂਰਾ ਆਨੰਦ ਚਾਹ ਪਾਣੀ ਲੈ ਕੇ ਜਾਵਾਂਗੇ ਬਣਾ ਕੇ ਜੀ, ਸ਼ੱਕਰਪਾਰੇ ਪਕੌੜੀਆਂ ਭੁਜੀਆ ਬਦਾਨੇ ਦਾ ਉੱਥੇ ਪੂਰਾ ਲੰਗਰ ਲਾਵਾਂਗੇ। ਫਿਰ 11:30 ਵਜੇ ਸਾਡੇ ਲਈ ਫੂਡ ਬਣ ਕੇ ਆਊਗਾ ਜੀ ਬਾਹਰੋਂ। ਹਾਂ ਹਾਂ ਵੀ ਆਨੰਦ ਤਾਂ ਉਹੀ ਆ। ਬਿਲਕੁਲ ਬਾਈ ਜੀ ਮੈਂ ਇਹਨੂੰ ਕਿਹਾ ਵੀ ਟ੍ਰੇਲ ਤੇ ਜਾਣਾ ਵੀ ਜਾਵਾਂਗੇ ਅਸੀਂ ਤਾਂ ਉਹਦੇ ਪਰੌਠੇ ਨਾਲ ਲੈ ਕੇ ਜਾਵਾਂਗੇ, ਵੀ ਖਾਣਾ ਪੀਣਾ ਵੀ ਆ। ਨਹੀਂ ਉਹ ਗੱਲ ਵੱਖਰੀ ਆ। ਮੈਂ ਵੈਸੇ ਜਿਹੜਾ ਵਾਕ ਕਰਦਾ ਨਾ ਬਾਈ ਜੀ, ਮਤਲਬ ਸ਼ੁਰੂ ਕੀਤੀ ਹੈ ਜਿਹੜੀ ਪਿਛਲੇ ਸਾਲ ਤੋਂ, ਮੈਂ ਉਹ ਇਸ ਲਈ ਕੀਤੀ ਹੈ ਕਿ ਯਾਰ ਹੋਰ ਫੂਡ ਖਾਊਂਗਾ ਵਧੀਆ ਜਿਹਾ, ਆਹ ਆਪਣੀ ਪਸੰਦ ਦਾ ਖਾਊਂਗਾ, ਵੀ ਜਿਹੜਾ ਮੈਂ ਖਾਊਂਗਾ ਉਹਨੂੰ ਬਾਹਰ ਕੱਢ ਦੇਣੀ ਬਾਅਦ ਚੋਂ ਕੈਲਰੀ ਜਿਹੜੀਆਂ ਵੀ ਇੰਨਾ ਨਹੀਂ ਆਪਾਂ ਨੂੰ ਹੈਗਾ ਵੀ ਪਤਲੇ ਹੋਣਾ ਦੂਜਾ ਹੋਣਾ, ਠੀਕ ਆ ਜਿੰਨੇ ਹੈਗੀਆਂ ਬਹੁਤ ਆ। ਠੀਕ ਹੈ ਜੀ। ਸਵਾਗਤ ਜੀ ਇੱਕ ਵਾਰ ਫਿਰ ਦੇਸੀ ਰੰਗ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਜੀ ਆਇਆਂ ਨੂੰ। ਸੋ ਗੱਲਬਾਤ ਚੱਲ ਰਹੀ ਆ ਵਿਨੀਪੈਗ ਸ਼ਹਿਰ ਦੇ ਵਿੱਚ ਹਰਪ੍ਰੀਤ ਜਵੰਦਾ ਸਾਹਿਬ ਦੇ ਨਾਲ। ਤੇ ਹੁਣ ਵਿਨੀਪੈਗ ਸ਼ਹਿਰ ਦੇ ਵਿੱਚ ਇਸ ਲਾਸਟ ਵੀਕ ਦੇ ਵਿੱਚ ਜਿਹੜਾ ਪਿਛਲਾ ਵੀਕ ਲੰਘਿਆ ਕੀ ਅਪਡੇਟ ਹੈਗੀ ਆ ਉਸ ਦੀ ਗੱਲਬਾਤ ਕਰਨੀ ਆ। ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਗੱਲਬਾਤ ਕਰਨੀ ਆ ਇਨਵੈਸਟਮੈਂਟ ਪ੍ਰਾਪਰਟੀ ਦੇ ਵਿੱਚ। ਸੋ ਜਵੰਦਾ ਸਾਹਿਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕੱਲ੍ਹ ਦੀ ਜਿਹੜੀ ਗੱਲ ਹੀ ਕੀਤੀ ਆ ਮੈਂ ਕਿ ਲਾਸਟ ਈਅਰ ਹੀ ਕਿਸੇ ਮੇਰੇ ਆਪਣੇ ਮਿੱਤਰ ਕੋਲੀਗ ਆਪਣੇ ਹੈਗੇ ਜੀ, ਉਹਨਾਂ ਦੀ ਮੈਂ ਪ੍ਰਾਪਰਟੀ ਦਿਖਾ ਕੇ ਆਇਆ। ਉਹਨਾਂ ਨੇ ਕੋਈ ਜਿਹੜੀ ਉਹ ਮਤਲਬ ਸੀਗੀ ਜੀ ਗਰਾਜ 1,80,000 ਦੀ ਲਈ ਸੀ ਪਿਛਲੇ ਸਾਲ। ਸੋ ਜਿਹੜੇ ਹਿਸਾਬ ਨਾਲ ਸਾਡਾ ਟੋਰਾਂਟੋ GTA ਓਨਟਾਰੀਓ ਦੇ ਵਿੱਚ ਰੇਟ ਇਨਕਰੀਜ਼ ਹੋ ਰਹੇ ਆ, ਤੇ ਇਸ ਸਾਲ ਉਹ ਜਵੰਦਾ ਸਾਹਿਬ ਰੇਟ ਜਿਹੜਾ ਉਹਨਾਂ ਨੂੰ ਮਿਲਿਆ 24,30,000। ਅੱਛਾ ਜੀ ਠੀਕ ਹੈ। ਸੋ ਮੈਂ ਸੁਖਦੀਪ ਹੁਣਾਂ ਨੂੰ ਕਹੂੰਗਾ ਕਿ ਭਾਈ ਜੀ ਹੁਣਾਂ ਦੀ ਵੀ ਨਾਲ ਹੀ ਇਕੱਠੇ ਫਿਰ ਜਦੋਂ ਸਾਹਮਣੇ ਦਿਖਦੇ ਉਹਨਾਂ ਵਧੀਆ ਲੱਗਦਾ ਹੈ। ਤੇ ਜਵੰਦਾ ਸਾਹਿਬ ਇੰਨੇ ਕੁ ਜ਼ਿਆਦਾ ਰੇਟ ਜਿਹੜੇ
ਵਧੇ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਵੀ ਤੇ ਘਰਾਂ ਦੇ ਵਿੱਚ ਵੀ। ਠੀਕ ਹੈ ਜੀ। ਉਹਨਾਂ ਮਿੱਤਰਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਫਿਰ ਕਿਹਾ ਕਿ ਸੰਦੀਪ ਜਿਹੜੇ ਹਿਸਾਬ ਨਾਲ ਇੱਥੇ GTA ontario ਦੇ ਵਿੱਚ ਆਸੇ-ਪਾਸੇ ਦੂਰ ਪਿੰਡਾਂ ਦੇ ਵਿੱਚ ਵੀ ਰੇਟ ਵੱਧ ਰਹੇ ਆ, ਕਿਉਂ ਨਾ ਜਿਹੜੀ ਇਨਵੈਸਟਮੈਂਟ ਆ ਉਹ ਕੈਲਗਰੀ, ਐਡਮਿੰਟਨ ਜਾਂ ਵਿਨੀਪੈਗ ਸ਼ਹਿਰ ਵਰਗੇ ਦੇ ਵਿੱਚ ਕੀਤੀ ਜਾਵੇ, ਜਿੱਥੇ ਹੋਰ ਗਰੋਥ ਹੋ ਸਕਦੀ ਆ ਔਰ ਕਾਫੀ ਸਸਤੇ ਘਰ ਮਿਲਦੇ ਆ। ਸੋ ਉਹਨਾਂ ਦੀ ਗੱਲਬਾਤ ਆਪਾਂ ਕਰਨੀ ਹੈ ਕਿ ਵਿਨੀਪੈਗ ਦੇ ਵਿੱਚ ਕਿੰਨੇ ਕੁ ਰੇਟ ਆ, ਕੀ ਐਵਰੇਜ ਆ, ਔਰ ਟੋਰਾਂਟੋ ਤੋਂ ਜਾਂ ਦੁਨੀਆ ਤੋਂ ਆਪਾਂ ਨੂੰ ਕੋਈ ਦੇਖ ਰਿਹਾ ਜਾਂ ਕੈਨੇਡਾ ਤੋਂ ਦੇਖ ਰਿਹਾ, USA ਤੋਂ ਦੇਖ ਰਿਹਾ, ਉਹਨਾਂ ਨੇ ਜੇ ਇਨਵੈਸਟਮੈਂਟ ਵਿਨੀਪੈਗ ਸ਼ਹਿਰ 'ਚ ਕਰਨੀ ਹੋਵੇ ਉਹਦੀ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਥੋੜ੍ਹੀ ਜਿਹੀ ਅਪਡੇਟ ਦੇ ਦਿਓ ਮੈਨੂੰ ਸ਼ਹਿਰ ਦੀ ਪੂਰੇ ਵੀਕ ਦੀ, ਉਸ ਤੋਂ ਬਾਅਦ ਆਪਾਂ ਗੱਲਬਾਤ ਇਨਵੈਸਟਮੈਂਟ ਦੀ ਕਰਨੀ ਆ ਜੀ। ਹਾਂਜੀ ਬਰਾੜ ਸਾਹਿਬ, ਜਿਹੜੀ ਅਪਡੇਟ ਤੁਸੀਂ ਮੰਗੀ ਹੈ ਵਿਨੀਪੈਗ ਦੀ, ਵਿਨੀਪੈਗ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਕਿ ਕਾਫੀ ਗਰੋ ਕਰ ਰਿਹਾ ਹੈ ਜੀ। ਸਟੂਡੈਂਟਸ ਜਿਹੜੇ ਬੱਚੇ ਨੇ ਆਪਣੇ ਕਾਫੀ ਇਹਨਾਂ ਨੇ ਰੌਣਕਾਂ ਲਾਈਆਂ ਹੋਈਆਂ ਨੇ ਜੀ। ਜਿਹੜੀ ਇੱਥੋਂ ਦੀ ਆਟੋਮੋਬਾਈਲ ਇੰਡਸਟਰੀ ਹੈ ਨਾ, ਉਹਦੇ ਨਾਲ ਇੱਕ ਰਿਲੇਟਡ ਇੱਕ ਪੰਜਾਬੀ ਭਰਾ ਨਾਲ ਮੇਰੀ ਗੱਲ ਹੋ ਰਹੀ ਸੀ। ਉਹ ਕਹਿੰਦੇ ਵੀ ਲਹਿਰਾਂ ਬਹਿਰਾਂ ਹੋ ਗਈਆਂ ਨੇ, ਕਿਉਂਕਿ ਆਪਣੇ ਜਿਹੜੇ ਬੱਚੇ ਹੈ ਉਹ ਗੱਡੀਆਂ ਲੈਂਦੇ ਹੈ ਜੀ। ਔਰ ਇਹ ਗੱਲ ਹੈ ਜੀ, ਬਹੁਤ ਵਧੀਆ ਲੱਗਦਾ ਹੈ, ਉਹ ਘੁੰਮਦੇ ਆ ਵਧੀਆ ਗੱਡੀਆਂ 'ਚ। ਲੇਕਿਨ ਕਈ ਵਾਰ ਕੀ ਦੇਖਿਆ ਕਿ ਕੁਝ ਜਿਹੜੇ ਲੋਕ ਨੇ, ਕੁਝ ਬੱਚੇ ਜਿਹੜੇ ਨੇ, ਉਹ ਓਵਰ ਐਕਸਾਈਟਮੈਂਟ ਦੇ ਵਿੱਚ ਓਵਰ ਸਪੀਡਿੰਗ ਕਰ ਜਾਂਦੇ ਆ। ਓਵਰ ਸਪੀਡਿੰਗ ਮੈਂ ਦੱਸਦਾ ਤੁਹਾਨੂੰ ਕਿ ਹਾਈਵੇ 8 ਤੇ ਮੈਂ ਜਾ ਰਿਹਾ ਸੀ ਤੇ ਤਕਰੀਬਨ 160 ਕਿਲੋਮੀਟਰ ਦੀ ਸਪੀਡ ਤੇ ਇੱਕ ਗੱਡੀ ਜਾ ਰਹੀ ਹੈ, ਜਿੱਥੇ ਕਿ ਹਾਲਾਂਕਿ ਉਹ 90 ਕਿਲੋਮੀਟਰ ਜ਼ੋਨ ਸੀ। ਸੋ ਮੈਂ ਨਹੀਂ ਕਹਿੰਦਾ ਕਿ ਕੌਣ ਹੈ ਵਿੱਚ ਕੌਣ ਸੀ, ਬਟ ਥੋੜਾ ਜਿਹਾ ਮਨ 'ਚ ਆਇਆ ਕਿ ਅਗਰ ਕੋਈ ਇੰਸੀਡੈਂਟ ਹੋ ਜਾਂਦੀ ਹੈ ਤੇ ਕਾਫੀ ਨੁਕਸਾਨ ਹੋ ਸਕਦਾ ਹੈ। ਸੋ ਇੱਕ ਏਜ ਐਸੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ ਉੱਡਣ ਨੂੰ ਜੀ ਕਰਦਾ ਹੈਗਾ, ਬਿਲਕੁਲ ਜੀ ਕਰ ਅਸੀਂ, ਠੀਕ ਹੈ ਜੀ। ਸੋ ਜੋਸ਼ ਦੇ ਨਾਲ ਹੋਸ਼ ਵੀ ਕਾਇਮ ਰੱਖਣਾ ਤੁਹਾਡੀ ਰਿਸਪੌਂਸਿਬਿਲਿਟੀ ਹੈ। ਸੋ ਇੱਕ ਤੇ ਇਹ ਚੀਜ਼ ਹੈ ਕਿ ਦੂਸਰਾ ਇਹ ਹੈ ਕਿ ਜਿਹੜਾ ਕੰਸਟਰਕਸ਼ਨ ਜ਼ੋਨ ਹੈਗੀ ਹੈ ਉੱਥੇ ਕਾਫੀ ਟਿਕਟਾਂ ਮਿਲੀਆਂ ਹੈਗੀਆਂ ਨੇ। ਕੰਸਟਰਕਸ਼ਨ ਜ਼ੋਨ ਇਹ ਹੈ ਕਿ ਦੇਖੋ ਵਿਨੀਪੈਗ ਦੇ ਵੈਦਰ ਤੋਂ ਤੁਹਾਨੂੰ ਪਤਾ ਹੀ ਹੈ ਕਿ 6 ਮਹੀਨੇ ਇੱਥੇ ਠੰਡ ਪੈਂਦੀ ਹੈ ਤੇ 6 ਮਹੀਨੇ ਜਦੋਂ ਗਰਮੀ ਪੈਂਦੀ ਹੈ ਉਹਦੇ 'ਚ ਮੋਸਟਲੀ ਰਿਪੇਅਰ ਕਰਦੇ ਨੇ ਰੂਟਸ ਨੂੰ, ਤੇ ਜਦੋਂ ਰੂਟਸ ਨੂੰ ਰਿਪੇਅਰ ਕਰਦੇ ਆ 3 ਲੇਨਾਂ ਵਾਲੀ ਜਿਹੜੀ ਰੋਡ ਹੈ ਉਹ 2 ਲੇਨਾਂ 'ਚ ਰਹਿ ਜਾਂਦੀ ਹੈ, 2 ਲੇਨਾਂ ਵਾਲੀ 1 ਲੇਨ 'ਚ ਰਹਿ ਜਾਂਦੀ ਹੈ। ਸੋ ਉਸ ਟਾਈਮ ਤੇ ਥੋੜਾ ਜਿਹਾ ਜ਼ਾਬਤਾ ਬਣਾ ਕੇ ਰੱਖਣਾ ਉਹ ਸਾਡੀ ਵੀ ਰਿਸਪੌਂਸਿਬਿਲਿਟੀ ਹੈ, ਸਾਡੇ ਬੱਚਿਆਂ ਦੀ ਰਿਸਪੌਂਸਿਬਿਲਿਟੀ ਵੀ ਹੈ। ਬਿਲਕੁਲ ਠੀਕ ਹੈ ਜੀ। ਔਰ ਉਸ ਟਾਈਮ ਤੇ ਲਿਖੇ ਹੁੰਦੇ ਆ ਉੱਤੇ ਕਿ ਸਪੀਡਿੰਗ ਜਿਹੜੀ ਫਾਈਨ ਡਬਲ ਹੈ ਇੱਥੇ, ਠੀਕ ਹੈ ਜੀ। ਯਾਨੀ ਕਿ ਜਿਹੜਾ ਤੁਸੀਂ ਵਾਇਲੇਸ਼ਨ ਨਾਰਮਲ ਸਰਕਮਸਟੈਂਸਿਸ ਕਰਦੇ ਹੋ, ਅਗਰ ਉਸ ਤੇ ਕਰਦੇ ਹੋ ਤੇ ਤੁਹਾਨੂੰ ਕੋਈ ਮੋਨੀਟਰ ਕਰ ਰਿਹਾ ਬੰਦਾ ਤੁਹਾਨੂੰ ਟਿਕਟ ਦੇ ਦਿੰਦਾ ਤਾਂ ਉਹ ਡਬਲ ਟਿਕਟ ਦੇਗਾ। ਸੋ ਤੁਹਾਨੂੰ ਪਤਾ ਹੀ ਹੈ ਇੰਪਲੋਇਮੈਂਟ ਸਿਨੈਰੀਓ ਕਿੰਨਾ ਟਫ ਹੈਗਾ ਇੱਥੇ, ਤੇ ਇਹਨਾਂ ਚੀਜ਼ਾਂ ਦਾ ਵੀ ਜਦੋਂ ਪੈ ਜਾਂਦਾ ਬੋਝ ਪੈ ਜਾਂਦਾ ਹੈ, 2.5-3 ਸੌ ਦੀ ਟਿਕਟ ਮਿਲ ਜਾਂਦੀ, ਕਾਫੀ ਮੁਸ਼ਕਿਲ ਹੁੰਦੀ ਹੈ ਜੀ। ਤੇ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਕਹਾਣੀ ਦੇ ਨਾਲ ਰਿਲੇਟਡ ਸੀ, ਹੁਣੇ ਇੱਕ ਵਾਰਤਕ ਪੜ੍ਹੀ ਸੀ ਬਾਬਾ ਜੀ ਅੰਮ੍ਰਿਤਸਰ ਵਾਲੇ ਜੀ, ਤੇ ਉਹ ਮਾਨਸਿਕਤਾ ਜਿਹੜੀ ਹੈ ਉਹ ਕਾਫੀ, ਔਰ ਇੱਕ ਤੁਸੀਂ ਵਿੱਚ ਰੈਫਰੈਂਸ ਦਿੱਤਾ ਸੀ ਕਿ ਇੱਕ ਸਟੂਡੈਂਟ ਸੀ, ਉਹਨੇ ਸੁਸਾਈਡ ਕਰ ਲਿਆ ਗੱਡੀ ਦੇ ਅੱਗੇ ਆ ਕੇ ਟੋਰਾਂਟੋ ਦੇ ਵਿੱਚ। ਸੋ ਉਹ ਮਾਨਸਿਕਤਾ ਮੈਂ ਕਈ ਵਾਰੀ ਗੱਲਬਾਤ ਦੇ ਵਿੱਚੋਂ ਮੈਨੂੰ ਝਲਕਦੀ ਨਜ਼ਰ ਆਉਂਦੀ ਹੈ ਇੱਥੇ ਵੀ, ਕਿਉਂਕਿ ਦੇਖੋ ਜਿਹੜਾ ਡਿਮਾਂਡ ਤੇ ਸਪਲਾਈ ਦੇ ਬੇਸ ਤੇ ਹਰ ਇਕਨੋਮੀ ਚੱਲਦੀ ਹੈ। ਜ਼ਿਆਦਾ ਸਪਲਾਈ ਹੈ ਔਰ ਕੋਵਿਡ ਕਰਕੇ ਜੌਬਾਂ ਜਿਹੜੀਆਂ ਨੇ ਥੋੜ੍ਹੀਆਂ ਘੱਟ ਨੇ ਜੀ, ਤੇ ਕਾਫੀ ਬੱਚੇ ਜਿਹੜੇ ਨੇ ਉਹ ਅਪਰੋਚ ਕਰਦੇ ਕਿ ਸਾਨੂੰ ਜੌਬ ਮਿਲ ਜੇ, ਸਾਨੂੰ ਇੰਪਲੋਇਮੈਂਟ ਮਿਲ ਜੇ, ਲੇਕਿਨ ਕਈ ਵਾਰੀ ਨਹੀਂ ਮਿਲਦੀ। ਲੇਕਿਨ ਜਿਹੜੇ ਖਰਚੇ ਹੈ ਉਹ ਐਟ ਦਾ ਸੇਮ ਟਾਈਮ ਉਸੇ ਤਰ੍ਹਾਂ ਚੱਲਦੇ ਹੈਗੇ। ਤੁਹਾਨੂੰ ਇੰਸ਼ੋਰੈਂਸ ਦਾ ਵੀ ਖਰਚਾ ਦੇਣਾ ਪੈਂਦਾ ਹੈਗਾ, ਅਗਰ ਗੱਡੀ ਰੱਖੀ ਤਾਂ ਹੋਰ ਵੀ ਕਿੰਨੇ ਖਰਚੇ ਹੈ, ਰੈਂਟ ਦੇਣਾ ਪੈਣਾ ਤੁਹਾਨੂੰ, ਹੋਰ ਚੀਜ਼ਾਂ, ਫੂਡ ਤੁਹਾਨੂੰ ਬਾਈ ਕਰਨਾ ਪੈਣਾ, ਉਹ ਕਨਸਟੈਂਟ ਹੈਗੇ ਨੇ ਖਰਚੇ। ਤੇ ਜਦੋਂ ਡਿਮਾਂਡ ਤੇ ਸਪਲਾਈ, ਜਦੋਂ ਇਨਕਮ ਤੇ ਤੁਹਾਡਾ ਐਕਸਪੈਂਡੀਚਰ ਜਿਹੜਾ ਉਹਦਾ ਬੈਲੈਂਸ ਜਿਹੜਾ ਵਿਗੜ ਜਾਂਦਾ, ਫਿਰ ਕਈ ਵਾਰੀ ਇਹੋ ਜਿਹੀ ਟੈਂਡੈਂਸੀ ਭਾਰੂ ਹੋ ਜਾਂਦੀ ਕਿ ਯਾਰ ਕੀ ਖੱਟਿਆ ਇੱਥੇ ਪਿੰਡਾ ਆ ਕੇ, ਜੇ ਇੱਥੇ ਵੀ ਇੰਨੀਆਂ ਟੈਨਸ਼ਨਾਂ। ਸੋ ਇਹਨਾਂ ਚੀਜ਼ਾਂ ਨੂੰ ਇਨੀਸ਼ੀਅਲ ਸਟੇਜ ਤੇ ਕੰਟਰੋਲ ਕਰ ਲੈਣ ਯੰਗਸਟਰ ਬੈਟਰ ਹੈ, ਠੀਕ ਹੈ ਜੀ। ਫਿਰ ਇਹ ਹੈ ਕਿ ਤੁਸੀਂ ਇਹ ਮੇਰੇ ਨਾਲ ਐਗਰੀ ਕਰੋਗੇ ਕਿ ਬੈਕ ਇਨ ਇੰਡੀਆ ਵੀ ਕੋਈ ਸਿਚੁਏਸ਼ਨ ਇੰਨੀ ਚੰਗੀ ਨਹੀਂ ਹੈ ਕਿ
ਜਦੋਂ ਤੁਸੀਂ ਡਿਮਾਂਡ ਕੀਤੀ ਉਸੇ ਵੇਲੇ ਤੁਹਾਨੂੰ ਪੈਸੇ ਮਿਲ ਗਏ ਆ ਕੇ ਇੱਥੇ ਤੇ ਨਾਰਮਲੀ ਕਹਾਵਤ ਮਸ਼ਹੂਰ ਹੈ ਕਿ ਸਵੇਰੇ ਖੂਹ ਪੱਟਣਾ ਪੈਂਦਾ ਤੇ ਰਾਤ ਨੂੰ ਉਹਦਾ ਪਾਣੀ ਪੀਣਾ ਪੈਂਦਾ ਕੈਨੇਡਾ 'ਚ। ਸੋ ਥੋੜ੍ਹੇ ਜਿਹੇ ਮੈਂ ਯੰਗਸਟਰ ਨੂੰ ਇਹ ਕਹੂੰਗਾ ਕਿ ਆਪਣੇ ਖਰਚੇ ਥੋੜ੍ਹੇ ਕੰਟਰੋਲ ਕਰਕੇ, ਕਿਉਂਕਿ ਇੱਕ ਤੁਹਾਨੂੰ ਬਰਾੜ ਸਾਹਿਬ ਤੁਸੀਂ ਐਗਰੀ ਕਰੋਗੇ ਕਿ ਇੱਕ ਟਾਈਮ ਸੀ ਇਕਨੋਮਿਕ ਟਰਮ ਆਉਂਦੀ ਹੈ ਪ੍ਰੋਪੈਂਸਿਟੀ ਟੂ ਕੰਜ਼ਿਊਮ ਤੇ ਪ੍ਰੋਪੈਂਸਿਟੀ ਟੂ ਸੇਵ, ਕਿ ਸੇਵਿੰਗ ਤੇ ਖਰਚੇ ਕਰਨ ਦੀ ਜਿਹੜੀ ਟੈਂਡੈਂਸੀ ਹੈ ਇੱਕ ਟਾਈਮ ਤੇ ਜਿਹੜੇ ਯੰਗਸਟਰ ਤੇ ਬਾਕੀ ਲੋਕ ਸੀ ਉਹਨਾਂ 'ਚ ਹੁੰਦਾ ਸੀ ਕਿ ਅਗਰ $100 ਕਮਾਇਆ ਹੈ ਤੇ ਉਹਦੇ ਚੋਂ ਘੱਟੋ ਘੱਟ $30 ਜਾਂ $40 ਸੇਵ ਕਰਨੇ ਆ। ਲੇਕਿਨ ਉਹ ਜਿਹੜੀ ਪ੍ਰੋਪੈਂਸਿਟੀ ਟੂ ਸੇਵ ਹੈ ਨਾ, ਸੇਵਿੰਗ ਟੈਂਡੈਂਸੀ ਹੈ, ਉਹ ਕਾਫੀ ਘਟ ਗਈ ਹੈ ਹੁਣ, ਕਿਉਂਕਿ ਅਗਰ $100 ਕਮਾਇਆ ਤੇ ਉਹਦੇ ਤੋਂ ਹੁੰਦਾ ਹੈ ਕਿ ਚਲੋ 100 ਦੇ 100 ਹੀ ਡਾ ਦਿਓ, ਜੇ 10 ਘੱਟ ਦੇ 10 ਤੇ ਉਧਾਰੇ ਲੈ ਲਓ। ਸੋ ਇਹ ਜਿਹੜੀ ਟੈਂਡੈਂਸੀ ਹੈ ਇਹ ਅਲਟੀਮੇਟਲੀ ਤੁਹਾਨੂੰ ਲੈ ਕੇ ਜਾਂਦੀ ਹੈ ਡਿਪਰੈਸ਼ਨ ਵੱਲ। ਸੋ ਇਹ ਚੀਜ਼ ਜਿਹੜੀ ਹੈ ਮੈਂ ਪ੍ਰੈਕਟੀਕਲ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਦੱਸਦਾ ਕਿ ਇੱਥੇ ਵਿਨੀਪੈਗ 'ਚ ਕਾਫੀ ਲੋਕ ਬੱਚੇ ਜਿਹੜੇ ਨੇ ਉਹਨਾਂ ਦੀ ਟੋਨ ਜਿਹੜੀ ਡਿਪਰੈਸਿਵ ਸੀ, ਕਿਉਂਕਿ ਜਦੋਂ ਇੰਪਲੋਇਰ ਕੋਲ ਜ਼ਿਆਦਾ ਆਪਸ਼ਨ ਹੁੰਦੀਆਂ ਉਹ ਫਿਰ ਪ੍ਰੈਸ਼ਰ ਵੀ ਜ਼ਿਆਦਾ ਪਾਉਂਦਾ ਹੈਗਾ। ਬਿਲਕੁਲ ਜੇ ਠੀਕ ਹੈ ਜੀ, ਜਦੋਂ ਇੰਪਲੋਇਰ ਕੋਲ ਇਹ ਹੋਏ ਕਿ ਇੰਪਲੋਈ ਜਿਹੜੇ ਆ ਘੱਟ ਮਿਲਦੇ ਆ ਫਿਰ ਉਹ ਥੋੜਾ ਜਿਹਾ ਰਿਲੈਕਸੇਸ਼ਨ ਦੇ ਕੇ ਫਿਰ ਕੰਮ ਕਰਾਉਂਦਾ, ਲੇਕਿਨ ਜਦੋਂ ਉਹਦੇ ਕੋਲ ਆਪਸ਼ਨ ਜ਼ਿਆਦਾ ਫਿਰ ਉਹ ਪ੍ਰੈਸ਼ਰ ਜ਼ਿਆਦਾ ਜ਼ਿਆਦਾਤਰ ਯੰਗਸਟਰ ਜਿਹੜੇ ਨੇ ਉਹ ਪ੍ਰੈਸ਼ਰਾਈਜ਼ ਫੀਲ ਕਰਦੇ ਆ ਇਸ ਟਾਈਮ ਤੇ, ਠੀਕ ਹੈ ਜੀ। ਜਵੰਦਾ ਸਾਹਿਬ ਆਪਾਂ ਉਹੀ ਤਾਂ ਗੱਲ ਕੀਤੀ ਸੀਗੀ ਕਿ ਜਦੋਂ ਕਿਤੇ ਕੋਈ ਲੱਗਦਾ ਨਾ ਕੋਈ ਦੱਬ ਰਿਹਾ ਜਾਂ ਕੋਈ ਮਤਲਬ ਪਿਛਲੇ ਪਾਸੇ ਨੂੰ ਜਾ ਰਿਹਾ ਤੇ ਫਿਰ ਜਿਹੜਾ ਉਹਨੂੰ ਅੰਪਲਾਇਰ ਲੈ ਲਓ ਜਾਂ ਦੂਸਰੇ ਨੂੰ ਲੈ ਲਓ, ਉਹਨੂੰ ਹੁੰਦਾ ਕਿ ਹੋਰ ਦਬਾਇਆ ਜਾਵੇ ਉਸ ਨੂੰ, ਹੈ ਨਾ। ਸੋ ਮੌਕਾ ਹੀ ਨਾ ਦਈਏ ਜੀ ਕਿ ਕੋਈ ਦੱਬ ਸਕੇ। ਉਹਨੇ ਕੀ ਆਪਣੇ ਖਰਚੇ ਜਿਹੜਾ ਪਹਿਲਾਂ ਵਾਲਾ ਮਤਲਬ ਸੀ ਨਾ ਕਿ ਚਲੋ ਜੀ 30 ਤੋਂ ਤੁਸੀਂ 25 ਕਰ ਲਓ, 20 ਕਰ ਲਓ, ਕਿ $20 ਤਾਂ ਯਾਰ ਮੈਂ ਸੇਵ ਕਰਨੇ ਆ ਕਿ ਇੰਨਾ ਕੁ ਮਤਲਬ ਆਪਾਂ ਜ਼ਰੂਰ ਕਰਨਾ। ਤੇ ਬਾਕੀ ਕਿਉਂਕਿ ਖਰਚਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ, ਜੇ ਖਰਚਾਂਗੇ ਇਹ ਸਰਕਲ ਆ, ਸਰਕਲ ਚੱਲਦਾ ਰਹੇ ਤੇ ਮਤਲਬ ਤੁਹਾਡੇ ਕੋਲ ਵੀ ਆਉਂਦੇ ਰਹਿਣ ਤੇ ਅੱਗੇ ਵੀ ਜਾਂਦੇ ਰਹਿਣ, ਉਹੀ ਚੰਗਾ ਹੈ। ਕਈ ਵਾਰ ਆਪਾਂ ਰੱਖੀ ਜਾਵਾਂਗੇ ਫਿਰ ਤਾਂ ਆਪਾਂ ਉਹਨਾਂ ਦੇ ਚੱਕਰਾਂ 'ਚ ਪੈ ਜਾਣਾ ਜੀ, ਜਿਵੇਂ ਸਾਰੇ ਆਪਾਂ ਫਸੇ ਹੋਏ ਆ, 1 ਤੋਂ 2, 2 ਤੋਂ 4 ਤੇ 4 ਤੋਂ 8। ਹਾਂਜੀ, ਤੇ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਮਲਟੀਪਲਾਇਰ ਇਫੈਕਟ ਹੁੰਦਾ, ਅਗਰ ਇੱਕ ਬੰਦਾ ਇਨਕਮ ਕਰਕੇ ਤੇ ਉਹਨੂੰ ਹੋਲਡ ਕਰ ਲੇ ਤੇ ਜਿਹੜਾ ਇੱਕ ਸਰਕਲ ਹੈ ਉਹ ਨਹੀਂ ਚੱਲਦਾ ਹੈਗਾ, ਇਕਨੋਮੀ ਦਾ ਸਰਕਲ ਨਹੀਂ ਚੱਲਦਾ ਹੈਗਾ। ਇੱਕ ਦੀ ਇਨਕਮ ਜਿਹੜੀ ਦੂਜੇ ਦਾ ਐਕਸਪੈਂਡੀਚਰ ਬਣਦੀ, ਮਤਲਬ ਦੂਜੇ ਦਾ ਐਕਸਪੈਂਡੀਚਰ ਜਿਹੜਾ ਉਹ ਤੁਹਾਡੀ ਇਨਕਮ ਬਣਦੀ ਹੈ ਤੇ ਤੁਸੀਂ ਜਦੋਂ ਸਪੈਂਡ ਕਰਦੇ ਹੋ ਅਗਲੇ ਬੰਦੇ ਦੀ ਇਨਕਮ ਬਣਦੀ ਹੈ। ਸਾਈਕਲ ਹੈ ਜੀ ਇਹ, ਉਹ ਚੱਲਣਾ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਰਿਸੈਸ਼ਨ ਦੇ ਚਾਂਸਸ ਹੁੰਦੇ ਆ। ਤੇ ਮੈਂ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਵਿਨੀਪੈਗ ਦੀ ਜਿਹੜੀ ਐਕਸਪੈਂਸ਼ਨ ਹੈ ਨਾ ਉਹ ਬਹੁਤ ਹੋ ਰਹੀ ਹੈ। ਮੈਂ ਡਿਫਰੈਂਟ ਜਿਹੜੇ ਸੈਟੇਲਾਈਟ ਟਾਊਨ ਜਿਹੜੇ ਅਸੀਂ ਕਦੀ ਸੁਣੇ ਵੀ ਨਹੀਂ ਸੀ, ਵਿਨੀਪੈਗ ਤੋਂ 30 40 50 ਕਿਲੋਮੀਟਰ ਦੂਰ ਹੈ ਨੇ, ਉਹ ਆਪਣੀਆਂ ਫੈਮਲੀਆਂ ਦੇਖੀਆਂ ਜੀ, ਆਪਣੀ ਪੰਜਾਬੀ ਫੈਮਲੀਆਂ ਰਹਿੰਦੀਆਂ ਨੇ ਉੱਥੇ, ਗੁਜਰਾਤੀ ਫੈਮਲੀਆਂ ਰਹਿੰਦੀਆਂ ਨੇ, ਔਰ ਉਹਨਾਂ ਦੇ ਵਧੀਆ ਬਿਜ਼ਨਸ ਹੈਗੇ ਨੇ। ਔਰ ਜਿਹੜੀ ਵਿਦਨ ਸਿਟੀ ਮੂਵਮੈਂਟ ਜਿਹੜੀ ਸੀ ਨਾ ਉਹ ਵੀ ਕਾਫੀ ਵੱਧ ਗਈ ਹੈ। ਔਰ ਜਿਹੜੇ ਹਾਈਵੇ ਤੁਸੀਂ ਇੱਕ ਲੌਕਪੋਰਟ ਦੇਖਿਆ ਹੋਏਗਾ, ਰੈਡ ਰਿਵਰ ਤੇ ਇੱਕ ਡੈਮ ਜਿਹਾ ਬਣਾਇਆ ਉਹਨਾਂ ਨੇ, ਉਹ ਉੱਥੇ ਕਾਫੀ ਰੌਣਕ ਹੁੰਦੀ ਹੈ, ਉੱਥੇ ਸਪੈਸ਼ਲੀ ਸ਼ਾਮ ਦੇ ਟਾਈਮ ਤੇ ਕਾਫੀ ਰੌਣਕ ਹੁੰਦੀ ਹੈ, ਠੀਕ ਹੈ ਜੀ। ਸੋ ਇੱਕ ਮੈਂ ਤੁਹਾਨੂੰ ਹੋਰ ਅਪਡੇਟ ਦੇਣਾ ਚਾਹੁੰਦਾ ਕਿ ਕ੍ਰਾਈਮ ਪੁਆਇੰਟ ਆਫ ਵਿਊ ਤੋਂ ਵੀ ਕੁਝ ਐਸੀਆਂ ਇਨਸੀਡੈਂਟਸ ਹੋਈਆਂ ਨੇ ਕਿ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਮਨ ਕਾਫੀ ਦੁਖੀ ਹੋਇਆ। ਔਰ ਇੱਕ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਯੰਗਸਟਰ ਉੱਥੋਂ ਇੰਡੀਆ ਤੋਂ ਆਉਂਦੇ ਆ ਉਹ ਇੱਕ ਅਜ਼ੰਪਸ਼ਨ ਲੈ ਲੈਂਦੇ ਨੇ ਕਿ ਇੱਥੇ ਦਾ ਜਿਹੜਾ ਸਿਸਟਮ ਹੈ, ਪੁਲਿਸਿੰਗ ਸਿਸਟਮ ਹੈ ਜਾਂ ਕਮਿਊਨਿਟੀ ਪੁਲਿਸਿੰਗ ਹੈ ਜਾਂ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੈ, ਇੰਨਾ ਸਟੀਕ ਹੈ ਕਿ ਆਪਾਂ ਜਿੱਥੇ ਮਰਜ਼ੀ ਜਿਹੜੇ ਵੇਲੇ ਮਰਜ਼ੀ ਜਿਸ ਟਾਈਮ ਤੇ ਮਰਜ਼ੀ ਜਾਈਏ ਸਾਨੂੰ ਕੋਈ ਨਾ ਕੋਈ ਚੀਜ਼ ਪ੍ਰੋਟੈਕਟ ਕਰਦੀ ਹੈ। ਲੇਕਿਨ ਉਹ ਮੈਂ ਦੱਸਣਾ ਚਾਹੁੰਦਾ ਕਿ ਕੁਝ ਇਨਸੀਡੈਂਟਸ ਹੋਈਆਂ ਹੈ ਕਿ ਜਿਹਦੇ 'ਚ ਰੌਬ ਕੀਤਾ ਜੀ, ਆਪਣੇ ਤੁਰੇ ਜਾ ਰਹੇ ਸੀ ਤੇ ਉਹਨਾਂ ਨੂੰ ਰੌਬ ਕੀਤਾ, ਉਹਨਾਂ ਕੋਲ ਖੋਹ ਲਿਆ ਸਾਰਾ ਕੁਝ। ਸੋ ਫੋਨ ਤੇ ਜਿਹੜੇ ਈਅਰ ਪਲੱਗ ਹੈ, ਈਅਰਫੋਨ ਲਾ ਕੇ ਤੁਰੇ ਜਾਂਦੇ ਆ, ਆਪਣੇ ਆਸੇ-ਪਾਸੇ ਵੇਖਣਾ ਬਹੁਤ ਜ਼ਰੂਰੀ ਹੈ ਜੀ। ਸਪੈਸੀਫਿਕਲੀ ਜਦੋਂ ਤੁਸੀਂ ਡਾਊਨਟਾਊਨ 'ਚ ਤੁਰਦੇ ਹੋ, ਔਡ ਆਵਰਸ 'ਚ ਜਾਂਦੇ ਹੋ, ਤੇ ਜਿਹੜੀਆਂ ਬੇਟੀਆਂ ਨੇ, ਛੋਟੀਆਂ ਬੱਚੀਆਂ ਨੇ, ਉਹਨਾਂ ਨੂੰ ਮੈਂ ਸਪੈਸੀਫਿਕਲੀ ਕਹੂੰਗਾ ਕਿ ਉਹ ਆਪਣਾ ਆਲਾ ਦੁਆਲਾ ਜਿਹੜਾ ਆਪਣੇ ਅੱਗੇ ਪਿੱਛੇ ਜ਼ਰੂਰ ਵੇਖ ਕੇ ਅਵੇਅਰ ਹੋ ਕੇ ਉਹ ਤੁਰਨ ਫਿਰਨ, ਕਿਉਂਕਿ ਕਾਫੀ ਇਨਸੀਡੈਂਟਸ ਹੋਈਆਂ ਜੀ ਇੱਥੇ। ਜੀ ਜਵੰਦਾ ਸਾਹਿਬ ਟਾਈਮ ਕਾਫੀ ਭੱਜ ਰਿਹਾ ਕਿਉਂਕਿ ਰੀਅਲ ਸਟੇਟ ਦੀ ਗੱਲ ਕਰਨੀ। ਇੱਕ ਵਿਨੀਪੈਗ ਵਾਲੇ ਨਾ ਜਿਹੜੇ ਸਾਰੇ ਗੱਲ ਕਰਦੇ ਹੁੰਦੇ ਆ ਲਾਲ ਭਾਰਤੀ
ਰੈਂਡੀਨੀਅਨ ਨਹੀਂ ਕਹਿੰਦੇ ਜੀ, ਹੈ ਨਾ। ਉਹ ਬੜਾ ਮਤਲਬ ਸ਼ਬਦ ਇੱਥੇ ਆ ਕੇ ਸੁਣੀਦਾ। ਇੱਕ ਵਿਨੀਪੈਗ ਦੇ ਵਿੱਚ ਨਾ ਜਿੰਨੇ ਕੁ ਪਰਿਵਾਰਾਂ ਨੂੰ ਮੈਨੂੰ ਮੌਕਾ ਮਿਲਿਆ, ਹੁਣ ਤਕਰੀਬਨ ਜ਼ਿਆਦਾ ਸਮਾਂ ਹੋ ਗਿਆ, 8-10 ਸਾਲ ਹੀ ਹੋ ਗਏ ਮੈਨੂੰ ਵਿਨੀਪੈਗ 'ਚ ਆਏ ਸੀ, ਅਤੇ ਇੱਕ ਭਾਈ ਸ਼ਬਦ ਬੜਾ ਵਰਤਦੇ ਆ ਜੀ ਇੱਥੇ, ਹੈ ਨਾ। ਫਲਾਨਾ ਭਾਈ, ਸ਼ਾਇਦ ਹਜੇ ਵੀ ਉਹ ਚੱਲ ਰਿਹਾ ਜੀ, ਅਤੇ ਉਵੇਂ ਹੀ ਜਿਵੇਂ ਰੈਂਡੀਟੀ ਨੂੰ ਉਹੀ ਹੈ ਜੀ। ਕੋਈ ਫਰਕ ਤਾਂ ਨਹੀਂ ਆਏਗਾ ਜਿਹੜੇ ਨਵੇਂ ਆਪਣੇ ਯੰਗ ਆਏ ਆ? ਹਾਂਜੀ, ਉਹੀ ਚੱਲਦਾ ਜੀ। ਤੇ ਬਾਕੀ ਬਰਾੜ ਸਾਹਿਬ, ਕਮਿਊਨਿਟੀ ਕੋਈ ਵੀ ਮਾੜੀ ਨਹੀਂ ਹੁੰਦੀ। ਹਰ ਕਮਿਊਨਿਟੀ 'ਚ ਕੁਝ ਕਾਲੀਆਂ ਭੇਡਾਂ ਹੁੰਦੀਆਂ ਹੈ, ਕੁਝ ਚੰਗੇ ਬੰਦੇ ਹੁੰਦੇ ਆ, ਜਿਨ੍ਹਾਂ ਦੀ ਜਿਸ ਕਮਿਊਨਿਟੀ ਦੀ ਤੁਸੀਂ ਗੱਲ ਕੀਤੀ ਹੈ ਉਹਨਾਂ ਨਾਲ ਕਾਫੀ ਵਾਹ ਪੈਂਦਾ ਹੈ, ਔਰ ਬੜੇ ਲਾ ਬਾਈਡਿੰਗ ਹੈਗੇ ਨੇ, ਉਹ ਵੀ ਰਹਿੰਦੇ ਨੇ ਵਧੀਆ ਤਰੀਕੇ ਨਾਲ। ਬਟ ਕੁਝ ਜਿਹੜੇ ਨੇ ਉਹ ਲੋਕ ਇੰਪ੍ਰੈਸ਼ਨ ਐਸਾ ਕ੍ਰੀਏਟ ਕਰ ਦਿੰਦੇ ਆ ਕਿ ਅਸੀਂ ਸਾਰੀ ਕਮਿਊਨਿਟੀ ਨੂੰ ਮਾੜਾ ਸਮਝਣ ਲੱਗ ਪੈਂਦੇ ਆ। ਪਰ ਉਹ ਚੰਗੇ ਬੰਦੇ ਆ, ਮੈਂ ਦੇਖਿਆ ਕਿ ਅੱਛੇ ਬੰਦੇ ਆ। ਉਹਨਾਂ ਨਾਲ ਧੱਕਾ ਵੀ ਕਾਫੀ ਹੋਇਆ ਜੀ। ਉਹ ਤੁਸੀਂ ਦੇਖਿਆ ਹੋਣਾ ਕਿ ਅਲਬਰਟਾ 'ਚ 250 ਬੱਚਿਆਂ ਦੀ ਜਿਹੜੀਆਂ ਨੇ ਗਾਲ ਮਿਲੇ, ਵੈਰੀ ਸੈਡ, ਯੈਸ, ਵੀ ਸੁਣਿਆ ਸੀ, ਮਿਲੇ ਆ, ਪਰ ਧੱਕਾ ਹੋਇਆ ਜੀ ਉਹਨਾਂ ਨਾਲ। ਪਰ ਚਲੋ ਆਪਾਂ ਉਸ ਵਿਸ਼ੇ ਤੇ ਕਿਸੇ ਹੋਰ ਦਿਨ ਗੱਲ ਕਰਾਂਗੇ ਜੀ। ਤੇ ਆਪਾਂ ਸਟੇਟ ਬਾਰੇ ਹੁਣ ਤੁਸੀਂ ਉੱਥੇ ਆਓ ਜੀ ਜਿੱਥੇ ਆਪਾਂ ਆਫ ਏਅਰ ਗੱਲ ਕਰ ਰਹੇ ਸੀ। ਕਿਸ ਤਰ੍ਹਾਂ ਦਾ ਬਾਈ ਜੀ ਲੱਗਦਾ ਜੇ ਕਿਸੇ ਹੋਰ ਸ਼ਹਿਰ ਤੋਂ ਆ ਕੇ ਵਿਨੀਪੈਗ ਦੇ ਵਿੱਚ ਇਨਵੈਸਟਮੈਂਟ ਕਰਨੀ ਹੋਵੇ ਤੇ ਚਲੋ ਆਪਾਂ 20% ਜਾਂ 30% ਡਾਊਨ ਪੇਮੈਂਟ ਕਰਕੇ ਇੱਥੇ ਪ੍ਰਾਪਰਟੀ ਖਰੀਦੀ ਜਾਵੇ ਤੇ ਉਹ ਆਪਣੇ ਖਰਚੇ ਚੱਕ ਸਕੇ? ਰੈਂਟਲ ਮਾਰਕੀਟ ਕਿਸ ਤਰ੍ਹਾਂ ਹੈ ਔਰ ਕਿਸ ਤਰ੍ਹਾਂ ਕਿੰਨੀ ਕੁ ਇਨਵੈਸਟਮੈਂਟ ਮਤਲਬ ਬੰਦਾ ਕਰੇ ਤੇ ਉਹਦੇ ਖਰਚੇ ਮਤਲਬ ਪੂਰੇ ਹੋ ਸਕਦੇ ਆ, ਆਪਣੇ ਖਰਚੇ ਉਹ ਘਰ ਚੱਕ ਸਕਦਾ ਔਰ ਕੁਛ ਨਾ ਕੁਛ ਜਿਹੜਾ ਫਿਊਚਰ ਦੇ ਵਿੱਚ ਆ ਉਹਦੀ ਸੇਵਿੰਗ ਹੋ ਸਕਦੀ ਆ? ਔਰ ਕੋਈ ਤਰੀਕਾ ਹੀ ਹੁੰਦਾ ਬਾਈ ਜੀ ਕਿਸੇ ਨਾਲ ਜੋੜਨ ਦਾ, ਹੈ ਨਾ? ਅਦਰਵਾਈਜ਼ ਤਾਂ ਉਹੀ ਗੱਲ ਬਣ ਜਾਂਦੀ ਹੈ 100 ਕਮਾ ਕੇ ਕਈ ਵਾਰ 100 ਹੀ ਖਰਚਿਆ ਜਾਂਦਾ ਹੈ ਜੀ। ਮੈਂ ਤੁਸੀਂ ਗੱਲ ਕੀਤੀ ਕਿ ਜਿਹੜੀ ਅਫੋਰਡੇਬਿਲਟੀ ਕਿੰਨੀ ਕੁ ਹੈ ਇੱਥੇ ਵਿਨੀਪੈਗ 'ਚ ਜੀ, ਮੈਨੀਟੋਬਾ 'ਚ, ਤੇ ਉਹ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਕ ਸਟੇਟਸ ਪਾਇਆ। ਮੇਰੇ ਕੋਲ ਇੱਕ 4.25 ਏਕੜ ਜ਼ਮੀਨ ਸੀ ਜੀ, ਇੱਕ ਲਾਟ ਸੀ ਇੱਥੋਂ ਕੋਈ 10 ਮਿੰਟ ਦੀ ਵਾਟ ਤੇ, ਵਿਨੀਪੈਗ ਤੋਂ 10 ਮਿੰਟ ਦੀ ਵਾਟ ਤੇ ਉਹ ਮੈਂ ਪਾਇਆ ਤੇ ਮੈਨੂੰ ਵੈਨਕੂਵਰ ਤੋਂ ਕਾਲ ਆਈ। ਉਹ ਸੀ 2,10,000 ਦੀ ਜੀ, 4 ਏਕੜ। ਤੇ ਉਹ ਕਹਿੰਦੇ ਜੀ ਕਿ ਤੁਹਾਨੂੰ ਗਲਤੀ ਤੇ ਨਹੀਂ ਲੱਗੀ, ਤੁਸੀਂ ਇੱਕ ਜ਼ੀਰੋ ਤੇ ਨਹੀਂ ਮਿਸ ਕਰਕੇ ਵੇਚਦੇ? ਤੇ ਮੈਂ ਕਹਿੰਦੀ ਮੈਂ ਜ਼ੀਰੋ ਨਹੀਂ ਮਿਸ ਕੀਤਾ। ਕਹਿੰਦੇ ਇਹ ਤੇ ਬਹੁਤ ਸਸਤਾ ਹੈਗਾ। ਤੋ ਇਹ ਜਿਹੜੇ ਸੈਟੇਲਾਈਟ ਜਿਹੜੇ ਮੈਗਾ ਸਿਟੀਜ਼ ਹੈਗੇ ਨੇ, ਜਿਹੜੇ ਮੈਟਰੋਪੋਲੀਟਨ ਸਿਟੀ ਹੈਗੇ ਨੇ ਇੱਥੋਂ ਦੇ, ਉੱਥੇ ਤੇ ਜਦੋਂ ਕੰਪੈਰੀਜ਼ਨ ਕਰਦੇ ਹੋ ਵਿਨੀਪੈਗ ਨਾਲ ਬਹੁਤ ਸਸਤਾ ਸ਼ਹਿਰ ਹੈ। ਅਫੋਰਡੇਬਿਲਟੀ ਦੀ ਗੱਲ ਤੁਸੀਂ ਕੀਤੀ ਹੈ ਕਿ ਹਸਬੈਂਡ ਵਾਈਫ ਮਿਨੀਮਮ ਵੇਜ ਤੇ ਕੰਮ ਕਰਦੇ ਆ ਤੇ ਨਾਲ ਅਗਰ ਸਪੋਰਟ ਮਿਲਦੀ ਹੈ ਕਿਸੇ ਬੱਚੇ ਦੀ ਵੀ, ਯੰਗਸਟਰ ਬੱਚੇ ਦੀ ਵੀ ਮਿਲਦੀ ਹੈ ਤੇ ਮੇਰੇ ਕੋਲ 5.5 ਲੱਖ ਦਾ ਘਰ ਉਹ ਇਜ਼ੀਲੀ ਅਫੋਰਡ ਕਰ ਸਕਦੇ ਆ। ਠੀਕ ਹੈ ਜੀ। ਬਾਕੀ ਕੁਝ ਮਨੀ ਬੈਕਅਪ ਵੀ ਅੱਜ ਕੱਲ੍ਹ ਹੁੰਦਾ ਹੈ ਜੀ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇੰਡੀਆ ਤੋਂ ਆਪਣੀ ਪ੍ਰਾਪਰਟੀਜ਼ ਵੇਚ ਕੇ ਲਿਆ ਰਹੇ ਨੇ। ਜਿਹੋ ਜਿਹਾ ਉੱਥੇ ਪੋਲੀਟੀਕਲ ਸਿਨਾਰੀਓ ਹੈ ਬੈਕ ਇਨ ਇੰਡੀਆ, ਔਰ ਹੋਰ ਜਿਹੜਾ ਮਾਹੌਲ ਚੱਲ ਰਿਹਾ, ਹਰ ਬੰਦਾ ਥੋੜਾ ਜਿਹਾ ਅਨਸੇਫ ਜਿਹਾ ਫੀਲ ਕਰਦਾ ਤੇ ਕਹਿੰਦਾ ਕਿ ਮੈਂ 2 ਬੇੜੀਆਂ 'ਚ ਪੈਰ ਰੱਖਣ ਨਾਲੋਂ ਬੈਟਰ ਹੈ ਕਿ ਮੈਂ ਆਪਣਾ ਇਨਵੈਸਟਮੈਂਟ ਇੱਥੇ ਕਰਾਂ। ਕਿਉਂਕਿ ਜ਼ਿਆਦਾਤਰ ਲੋਕਾਂ ਨਾਲ ਗੱਲ ਕਰਦੇ ਹਾਂ ਇਹ ਸੁਣਦੇ ਹਾਂ ਕਿ ਜਿਹੜੀ ਨੈਕਸਟ ਜਨਰੇਸ਼ਨ ਹੈ ਇਹਨਾਂ ਨੇ ਤੇ ਜਾਣਾ ਨਹੀਂ ਵਾਪਸ। ਠੀਕ ਹੈ ਜੀ। ਔਰ ਇਹਨਾਂ ਨੇ ਜਾਣਾ ਨਹੀਂ, ਔਰ ਅਗਰ ਇਹ ਚਲੇ ਵੀ ਗਏ ਤੇ ਇਹਨਾਂ ਨੇ ਹਿਸਾਬ ਕਿਤਾਬ ਪੁੱਛਿਆ ਕਿ ਇਹਨਾਂ ਦੇ ਪੱਲੇ ਕਿਸੇ ਨੇ ਕੁਛ ਨਹੀਂ ਪਾਉਣਾ ਹੈਗਾ, ਕਿਉਂਕਿ ਸਿਸਟਮ ਉੱਥੇ ਇੰਨਾ ਟ੍ਰਿਕੀ ਹੈ। ਸੋ ਹਰ ਬੰਦਾ ਪ੍ਰੈਫਰ ਕਰਦਾ ਕਿ ਮੈਂ ਆਪਣੀ ਇਨਵੈਸਟਮੈਂਟ ਜਿਹੜੀ ਹੈ ਉੱਥੋਂ ਲਿਆ ਕੇ ਇੱਥੇ ਕਰਾਂ ਮੈਂ। ਠੀਕ ਹੈ ਜੀ। ਤੇ ਜਿਹੜੀ ਤੁਸੀਂ ਰੈਂਟਲ ਇੰਡਸਟਰੀ ਦੀ ਗੱਲ ਕੀਤੀ, ਰੈਂਟਲ ਜਿਹੜੀ ਇੰਡਸਟਰੀ ਹੈ, ਰੈਂਟਲ ਜਿਹੜਾ ਬਿਜ਼ਨਸ ਹੈ, ਉਹਨੂੰ ਕਈ ਵਾਰੀ ਲੋਕ ਬਿਨਾਂ ਸਟੱਡੀ ਕੀਤਿਆਂ ਉਹਦੇ ਵਿੱਚ ਐਂਟਰ ਕਰ ਦਿੰਦੇ ਆ ਜੀ। ਠੀਕ ਹੈ। ਸਟੱਡੀ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਰੈਂਟਲ ਜਿਹੜੀ ਉਹ ਇਨਕਮ ਵਰਕਆਊਟ ਕਿੱਦਾਂ ਕਰਦੀ ਹੈ, ਔਰ ਤੁਸੀਂ ਰੈਂਟ ਕਿੰਨਾ ਲੈਣਾ ਹੈ, ਘਰ ਦੀ ਕੰਡੀਸ਼ਨ ਜਿਹੜੀ ਹੈ ਉਹ ਕਿੱਦਾਂ ਹੋਣੀ ਚਾਹੀਦੀ ਹੈ। ਅਗਰ ਕੋਈ ਲੀਗਲ ਕੰਪਲਿਕੇਸ਼ਨ ਪੈ ਜਾਂਦੀ ਹੈ, ਕੋਈ ਰੈਂਟਰ ਤੁਹਾਡਾ ਨਹੀਂ ਉੱਠਦਾ, ਰੈਂਟ ਨਹੀਂ ਪੇ ਕਰਦਾ, ਉਹਨੂੰ ਕਿੱਦਾਂ ਕਰਨਾ ਹੈ। ਜਿਹੜੇ ਰੈਂਟਰ ਜਿਹੜੇ ਨੇ, ਟੈਨੈਂਟ ਜਿਹੜੇ ਨੇ, ਉਹਨਾਂ ਦੇ ਕੀ ਰਾਈਟ ਨੇ ਤੇ ਜਿਹੜੇ ਤੁਹਾਡਾ ਬੀਇੰਗ ਅ ਲੈਂਡਲੌਰਡ ਉਹਨਾਂ ਦੇ ਕਿੰਨੇ ਰਾਈਟ ਹੈ। ਇਹਦੇ ਸਾਰੇ ਇੱਕ ਸਟੱਡੀ ਕਰਨ ਤੋਂ ਬਾਅਦ ਅਗਰ ਤੁਸੀਂ ਰੈਂਟਲ ਇੰਡਸਟਰੀ ਜਾਂਦੇ ਹੋ ਤੇ ਉਹ ਬੈਟਰ ਹੁੰਦਾ, ਰਾਦਰ ਦੈਨ ਕਿ ਤੁਸੀਂ ਕਿਸੇ ਤੀਜੇ ਬੰਦੇ ਦੇ ਕਹਿਣ ਤੇ ਤੁਸੀਂ ਬਿਨਾਂ ਸੋਚੇ ਸਮਝੇ ਜਾਂ ਬਿਨਾਂ ਕਿਸੇ ਫੀਜ਼ੀਬਿਲਿਟੀ ਰਿਪੋਰਟ ਦੇ ਤੁਸੀਂ ਚੱਲ ਜਾਂਦੇ ਹੋ, ਉਹ ਫਿਰ ਮੁਸ਼ਕਿਲ ਹੁੰਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਅੱਜ ਤੋਂ ਕੁਝ ਸਾਲ ਪਹਿਲੇ ਜੀ ਕੁਝ ਲੋਕਾਂ ਨੇ ਇਨਵੈਸਟਮੈਂਟ ਕੀਤੀ, ਉਸ ਤੋਂ ਪ੍ਰੋਫਿਟ ਕਮਾਇਆ ਤੇ ਉਹਨਾਂ ਨੇ ਆਪਣੇ ਪ੍ਰੋਫਿਟ ਬਾਰੇ ਗਰੁੱਪ 'ਚ ਗੱਲ ਕੀਤੀ, ਔਰ ਗਰੁੱਪ 'ਚ ਜਿੰਨੇ ਬੰਦੇ ਸੀ ਉਹਨਾਂ ਨੇ ਸਾਰਿਆਂ ਨੇ ਇਨਵੈਸਟਮੈਂਟ ਕਰ ਦਿੱਤੀ ਉੱਥੇ ਜੀ ਬਿਨਾਂ ਸੋਚ ਸਮਝੇ।
ਸਿਰਫ ਇਹ ਲੈ ਕੇ ਕਿ ਇਸ ਬੰਦੇ ਨੇ 25-30 ਹਜ਼ਾਰ ਕਮਾ ਲਿਆ, ਬਣਦੇ ਘਰ ਵਿਕਿਆ। ਸੋ ਮੈਂ ਇਹ ਅਪਰੋਚ ਜਿਹੜੀ ਹੈ ਉਹਨੂੰ ਮੈਂ ਅਪਰੂਵ ਨਹੀਂ ਕਰਦਾ। ਮੈਂ ਇਹ ਕਹਿੰਦਾ ਕਿ ਜਿੱਥੇ ਵੀ ਤੁਸੀਂ ਇਨਵੈਸਟਮੈਂਟ ਕਰਨੀ ਹੈ ਉੱਥੇ ਜਾ ਕੇ ਤੁਸੀਂ ਦੇਖੋ ਵੀ ਉੱਥੇ ਪ੍ਰੋਸਪੈਕਟਸ ਕਿੰਨੇ ਹੈ। ਕਿਸੇ ਰੀਅਲਟਰ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਕਿਸੇ ਬਿਲਡਰ ਨਾਲ ਗੱਲ ਕੀਤੀ ਜਾ ਸਕਦੀ ਹੈ, ਕਿਸੇ ਬਿਲਡਰ ਦਾ ਅਗਰ ਰਿਪਰੈਜ਼ੈਂਟੇਟਿਵ ਹੈ ਉਹਦੇ ਨਾਲ ਤੁਸੀਂ ਜ਼ਰੂਰ ਗੱਲ ਕਰੋ। ਕਿਉਂਕਿ ਇੱਥੇ ਇਹ ਹੈ ਕਿ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਕਿ ਕੈਨੇਡਾ 'ਚ ਜਿਹੜੀ ਇਨਵੈਸਟਮੈਂਟ ਹੈ ਉਹ ਪਹਾੜੀ ਤੇ ਚੜ੍ਹਦਾ ਹੋਇਆ ਇੱਕ ਪਹੀਆ ਹੈ, ਜਾਂ ਤੇ ਉੱਪਰ ਨੂੰ ਜਾਏਗਾ ਜਾਂ ਇਹ ਵਾਪਸ ਮੁੜੇਗਾ, ਇਹ ਸਟੇਬਲ ਨਹੀਂ ਹੋਏਗਾ ਕਿਤੇ ਵੀ, ਠੀਕ ਹੈ। ਜਦੋਂ ਇਹ ਉੱਪਰ ਨੂੰ ਚੜ੍ਹਨਾ ਬੰਦ ਕਰ ਦੇਗਾ ਤੇ ਇਹ ਫਿਰ ਰੋਲ ਬੈਕ ਹੋ ਕੇ ਬੈਕ ਆਏਗਾ। ਸੋ ਇਸ ਤੋਂ ਪਹਿਲਾਂ ਕਿ ਤੁਹਾਡੀ ਜਿਹੜੀ ਇਨਵੈਸਟਮੈਂਟ ਹੈ ਉਹ ਬੈਕ ਨੂੰ ਆਏ, ਥੱਲੇ ਨੂੰ ਆ ਜਾਏ, ਇਹ ਬੈਟਰ ਹੈ ਕਿ ਤੁਸੀਂ ਕਿਸੇ ਐਕਸਪਰਟ ਦੇ ਨਾਲ, ਕਿਸੇ ਪ੍ਰੋਫੈਸ਼ਨਲ ਦੇ ਨਾਲ ਗੱਲ ਕਰਕੇ ਤੁਸੀਂ ਉੱਥੇ ਇਨਵੈਸਟ ਕਰੋ ਕਿ ਜਿੱਥੇ ਤੁਹਾਡਾ ਚੈਨਲਾਈਜ਼ ਹੋਏ, ਮਲਟੀਪਲਾਈ ਹੋਏ ਤੁਹਾਡੀ ਇਨਕਮ ਜਿਹੜੀ ਹੈ, ਰਾਦਰ ਦੈਨ ਕਿ ਤੁਸੀਂ। ਬਿਲਕੁਲ ਬਿਲਕੁਲ ਜੀ, ਉਹੀ ਥੋੜ੍ਹੇ ਥੋੜ੍ਹੇ ਦੇ ਨਾਲ ਵੀ ਕਹਿੰਦੇ ਹੁੰਦੇ ਜੀ ਕੁਛ ਨਾ ਕੁਛ ਜਵੰਦਾ ਸਾਹਿਬ ਇਹੀ ਹੁੰਦਾ। ਮੈਂ ਤਾਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਕਿ ਥੋੜ੍ਹੀ ਜਿਹੀ ਵੀ ਇਨਵੈਸਟਮੈਂਟ ਉਹ ਆਪਣੇ ਖਰਚੇ ਚੱਕਦੀ ਆ, ਜਾਂ $100-200 ਜੇਬ 'ਚੋਂ ਵੀ ਪੈਂਦਾ ਨਾ, ਇਹ ਸੋਚ ਲਓ ਕਿ ਅਸੀਂ ਆਪਣੀ ਰਿਟਾਇਰਮੈਂਟ ਲਈ ਇੱਕ ਥੋੜ੍ਹੀ ਜਿਹੀ ਸੇਵਿੰਗ ਕਰ ਰਹੇ ਹਾਂ ਰੀਅਲ ਸਟੇਟ ਦੇ ਵਿੱਚ। ਜਵੰਦਾ ਸਾਹਿਬ ਬਹੁਤ ਮਿਹਰਬਾਨੀ। ਅਤੇ ਮੈਂ ਦੋਸਤੋ ਤੁਹਾਨੂੰ ਕਹੂੰਗਾ, ਜ਼ਰੂਰ ਤੁਹਾਨੂੰ ਲੱਗਦਾ ਕਿ ਤੁਸੀਂ ਵਿਨੀਪੈਗ ਸ਼ਹਿਰ ਦੇ ਵਿੱਚ ਜਾਂ ਵਿਨੀਪੈਗ ਸ਼ਹਿਰ ਦੇ ਨਾਲ ਜਿਹੜੇ ਜਵੰਦਾ ਸਾਹਿਬ ਕਹਿੰਦੇ ਨਾ, ਅਸੀਂ ਵੀ ਪਹਿਲਾਂ ਨਹੀਂ ਸੁਣਦੇ ਹੁੰਦੇ ਸੀ। ਟੋਰਾਂਟੋ ਦੇ ਵਿੱਚ ਵੀ ਕਈ ਜਿਹੜੇ ਨਾਰਥ ਨੂੰ ਸ਼ਹਿਰ ਹੈਗੇ ਆ ਨਹੀਂ ਸੁਣਦੇ ਸੀ, ਹੁਣ ਉਹਨਾਂ ਨੂੰ ਬੜਾ ਸੁਣਦੇ ਆ। ਅਤੇ ਇਸੇ ਹੀ ਤਰ੍ਹਾਂ ਵਿਨੀਪੈਗ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਥੋੜ੍ਹੇ ਜਿਹੇ ਡਾਲਰ ਲਾ ਕੇ ਇੱਕ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ, ਅਤੇ ਅਗਲੇ ਤੁਹਾਡੀ 5-10 ਸਾਲਾਂ ਦੇ ਵਿੱਚ ਸੋਹਣਾ ਤੁਹਾਨੂੰ ਉਹ ਗਰੋਥ ਦੇ ਸਕਦੀ ਆ। ਅਤੇ ਹਰਪ੍ਰੀਤ ਜਵੰਦਾ ਸਾਹਿਬ ਦਾ ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜਵੰਦਾ ਸਾਹਿਬ ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ। ਸ਼ੁਕਰੀਆ ਜੀ, ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸੀ ਹਰਪ੍ਰੀਤ ਜਵੰਦਾ ਸਾਹਿਬ। ਜ਼ਰੂਰ ਤੁਸੀਂ ਦੋਸਤੋ ਕੋਈ ਤੁਹਾਡੇ ਕੋਲ ਸਟੋਰੀ ਹੁੰਦੀ ਆ ਜਾਂ ਰੀਅਲ ਸਟੇਟ ਦੇ ਸੰਬੰਧ ਵਿੱਚ ਵਿਨੀਪੈਗ ਸ਼ਹਿਰ ਦੇ ਵਿੱਚੋਂ, ਜਾਂ ਤੁਸੀਂ ਹੋਰ ਕਿਸੇ ਕੈਨੇਡਾ ਦੇ ਸੂਬੇ ਵਿੱਚ ਰਹਿੰਦੇ ਹੋ, ਅਤੇ ਜ਼ਰੂਰ ਤੁਸੀਂ ਹਰਪ੍ਰੀਤ ਜਵੰਦਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਅਤੇ ਜੇ ਟੋਰਾਂਟੋ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਆ, ਕਮਰਸ਼ੀਅਲ ਪ੍ਰੋਪਰਟੀ ਕੋਈ ਖਰੀਦਣੀ ਆ, ਮੇਰੇ ਕੋਲ M2 ਯੂਨੀ ਵਾਲੇ ਏਅਰਪੋਰਟ ਸਟੀਲ ਐਂਡ ਟੋਰਬਰਮ ਦੇ ਲਾਗੇ ਹੈਗੇ ਆ ਜੀ 2-3 ਯੂਨਿਟ, ਉਹਨਾਂ ਦੀ ਕੋਈ ਗੱਲਬਾਤ ਕਰਨੀ ਆ। ਲਿਸਟਿੰਗ ਸਾਡੀਆਂ ਕੋਲ ਲੰਡਨ ਦੇ ਵਿੱਚ ਹੈਗੀਆਂ, ਕੈਲੇਡਨ ਦੇ ਵਿੱਚ ਇੱਕ ਅਸਾਈਨਮੈਂਟ ਕਲੌਜ਼ 'ਤੇ ਹੈਗੀ ਆ, ਉਹਦੇ ਲਈ ਤੁਸੀਂ ਸਕਰੀਨ 'ਤੇ ਨੰਬਰ ਆ ਰਿਹਾ, ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਇੰਸ਼ੋਰੈਂਸ ਦੀਆਂ ਸੇਵਾਵਾਂ ਚਾਹੀਦੀਆਂ, ਭਵਨਦੀਪ ਬੈਨੀਪਾਲ ਨਾਲ ਗੱਲਬਾਤ ਕਰ ਲਿਓ। ਅਤੇ ਏਅਰਲਾਈਨ ਦੀਆਂ ਸੇਵਾਵਾਂ ਚਾਹੀਦੀਆਂ, ਉਹ ਵੀ ਕੋਈ ਇਨਫੋਰਮੇਸ਼ਨ ਲੈਣੀ, ਤੁਸੀਂ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇਖਣ ਲਈ, ਸੁਣਨ ਲਈ ਬਹੁਤ ਧੰਨਵਾਦ। ਕਿ ਸ਼ਬਦਾਂ ਦੇ ਚੋਣ ਵਿੱਚ ਗਲਤੀ ਹੋ ਜਾਂਦੀ ਆ, ਉਹਦੇ ਲਈ ਮਾਫੀ ਦੋਸਤੋ। ਕੱਲ੍ਹ ਨੂੰ ਫਿਰ ਗੱਲਾਂ ਬਾਤਾਂ ਕਰਾਂਗੇ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।